A very good morning, students. Today in this video we will discuss about the chapter number 8, that is verb models. Okay, verbs models ਇਹਨਾਂ ਦਾ ਮਤਲਬ ਕੀ ਹੁੰਦਾ ਆ ਜਿਹੜੇ ਮੋਡਲਸ ਹੁੰਦੇ ਆ ਨਾ ਵਰਬ ਦੀ ਹੀ ਫਰਦਰ ਇੱਕ ਕੈਟੇਗਰੀ ਆ। ਵਰਬਸ ਜਿਹੜੀਆਂ ਆ ਨਾ ਉਹ ਡਿਵਾਈਡਡ ਹੁੰਦੀਆਂ ਦੋ ਕੈਟੇਗਰੀਜ਼ ਦੇ ਵਿੱਚ, ਇੱਕ ਮੇਨ ਵਰਬਸ ਹੁੰਦੀਆਂ, ਇੱਕ ਹੈਲਪਿੰਗ ਵਰਬਸ ਹੁੰਦੀਆਂ। ਹੈਲਪਿੰਗ ਵਰਬਸ ਦੀਆਂ ਦੋ ਕੈਟੇਗਰੀਜ਼ ਅਤੇ ਉਹਨਾਂ ਦੇ ਵਿੱਚੋਂ ਇੱਕ ਕੈਟੇਗਰੀ ਹੈਗੀ ਆ ਮੋਡਲਸ ਦੀ। Verbs are further divided into two categories, main verb, and helping verbs are further divided into two categories. And ਉਹਨਾਂ ਦੀ ਲਾਸਟ ਇੱਕ ਜਿਹੜੀ ਕੈਟੇਗਰੀ ਆ that is models. And models ਜਿਹੜੇ ਹੋ ਸਕਦੇ ਆ ਉਹ ਹੈਗੇ ਨੇ will, shall, would, should, may, might, can, could. ਹੋਰ ਵੀ ਹੈਗੇ ਨੇ that is must, need, okay, used to, ought to, all right, ਇਸ ਤਰੀਕੇ ਨਾਲ। ਐਂਡ ਦੇ ਆਰ ਯੂਜ਼ਡ ਵਿਦ ਮੇਨ ਵਰਬ। ਮੋਡਲਸ ਜਿਹੜੇ ਆ ਹੈਲਪਿੰਗ ਵਰਬਸ ਹੁੰਦੇ ਆ, ਮਤਲਬ ਕਿ ਮੇਨ ਵਰਬ ਦੇ ਨਾਲ ਯੂਜ਼ ਹੁੰਦੇ ਆ, ਯਾਨੀ ਮੇਨ ਵਰਬ ਦੀ ਹੈਲਪ ਕਰਦੇ ਆ ਮੋਡਲਸ। ਇਹਨਾਂ ਨੂੰ ਹੈਲਪਿੰਗ ਵਰਬਸ ਇਸੇ ਕਰਕੇ ਕਿਹਾ ਜਾਂਦਾ ਆ। ਨੈਕਸਟ ਪੁਆਇੰਟ ਹੈਗਾ ਨੋਨ ਐਜ਼ ਮੋਡਲ ਆਕਸੀਲਰੀਜ਼। ਜਿਹੜੀਆਂ ਹੈਲਪਿੰਗ ਵਰਬਸ ਉਹਨਾਂ ਨੂੰ ਆਕਸੀਲਰੀਜ਼ ਵੀ ਕਹਿ ਦਿੰਦੇ ਆ ਅਤੇ ਮੋਡਲ ਆਕਸੀਲਰੀਜ਼ ਵੀ ਕਹਿ ਦਿੰਦੇ ਆ। ਠੀਕ ਹੈ, ਪ੍ਰਾਇਮਰੀ ਨੂੰ ਪ੍ਰਾਇਮਰੀ ਵਰਬਸ ਕਹਿ ਦਿੰਦੇ ਆ ਅਤੇ ਜਿਹੜੇ ਮੋਡਲਸ ਉਹਨਾਂ ਨੂੰ ਮੋਡਲ ਆਕਸੀਲਰੀਜ਼। ਠੀਕ ਹੈ, ਹੁਣ ਕੁਝ ਐਗਜ਼ਾਮਪਲਸ ਦਿੱਤੀਆਂ ਗਈਆਂ ਆ। ਯੂ ਕੈਨ ਗੋ, ਕੋਈ ਪਰਮਿਸ਼ਨ ਦਿੱਤੀ ਜਾ ਰਹੀ ਹੈ। ਠੀਕ ਹੈ, ਸ਼ੀ ਮੇ ਕਮ ਐਨੀ ਟਾਈਮ, ਕਿਸੇ ਵਕਤ ਵੀ ਉਹ ਆ ਸਕਦਾ। ਸੰਭਾਵਨਾ, ਜਦੋਂ ਸੰਭਾਵਨਾ ਦੀ ਗੱਲ ਹੋਵੇ ਦੈਟ ਇਜ਼ ਪੋਸੀਬਿਲਿਟੀ, ਵੀ ਹੋ ਸਕਦਾ ਆ। ਪੋਸੀਬਲ ਦਾ ਮਤਲਬ ਹੁੰਦਾ ਨਾ ਸੰਭਵ, ਸੰਭਾਵਨਾ। ਠੀਕ ਹੈ, ਯੂ ਸ਼ੁੱਡ ਕੰਸਲਟ ਅ ਡਾਕਟਰ, ਐਡਵਾਈਸ ਦਿੱਤੀ ਜਾ ਰਹੀ ਹੈ, ਸਲਾਹ ਦਿੱਤੀ ਜਾ ਰਹੀ ਹੈ। ਠੀਕ ਹੈ, ਸੋ ਜਿਹੜੇ ਅੰਡਰਲਾਈਨ ਵਰਡਸ ਹੁੰਦੇ ਆ ਨਾ ਹੈਲਪਿੰਗ ਵਰਬਸ, ਜਿਹੜੀਆਂ ਇਹ ਵਰਬਸ ਦਾ ਕੰਮ ਕਰਦੀਆਂ ਆ, ਯਾਨੀ ਕੈਨ, ਮੇ, ਸ਼ੁੱਡ, ਦੀਜ਼ ਆਰ ਮੋਡਲਸ। ਦੇ ਆਰ ਹੈਲਪਿੰਗ ਦਾ ਮੇਨ ਵਰਬ। ਮੇਨ ਵਰਬ ਜਿਵੇਂ ਗੋ, ਕਮ, ਕੰਸਲਟ। ਠੀਕ ਹੈ, ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਸਮਝ ਸਕਦੇ ਹੋ। A model or a model auxiliary can be defined as auxiliary verb which is used with the main verb. Main verb ਨਾਲ use ਹੁੰਦੀ ਆ ਕੀ ਐਕਸਪ੍ਰੈਸ ਕਰਨ ਦੇ ਲਈ, ਕੀ ਬਿਆਨ ਕਰਨ ਦੇ ਲਈ, ਉਹ ਵਾਲੇ ਆਈਡੀਆਸ ਜਿਨ੍ਹਾਂ ਵਿੱਚ ਕਿਸੇ ਚੀਜ਼ ਦੀ ਸੰਭਾਵਨਾ ਹੋਵੇ। ਠੀਕ ਹੈ, ਪਰਮਿਸ਼ਨ, ਕਿਸੇ ਨੂੰ ਆਗਿਆ ਦਿੱਤੀ ਜਾ ਰਹੀ ਹੋਵੇ, ਕਿਸੇ ਨੂੰ ਸਲਾਹ ਦਿੱਤੀ ਜਾ ਰਹੀ ਹੋਵੇ, ਜਾਂ ਕੋਈ ਫਿਊਚਰ ਈਵੈਂਟ ਜਿਹੜਾ ਕਿਸੇ ਨੇ ਅੱਗੇ ਡਿਸਾਈਡ ਕੀਤਾ ਹੁੰਦਾ, ਜਾਂ ਕਿਸੇ ਦਾ ਕੋਈ ਜਿਹੜਾ ਇਰਾਦਾ ਹੁੰਦਾ ਅੱਗੇ ਕੁਝ ਕਰਨ ਦਾ, ਉਹਨੂੰ ਐਕਸਪ੍ਰੈਸ ਕਰਦਾ ਆ। ਠੀਕ ਹੈ, ਅਤੇ ਇਹ ਵਾਲੀਆਂ ਹੈਲਪਿੰਗ ਵਰਬਸ ਨੂੰ ਆਪਾਂ ਮੋਡਲਸ ਕਹਿੰਦੇ ਹਾਂ। ਹੁਣ ਯੂਜ਼ ਹੈਗਾ ਫਸਟ ਦੈਟ ਇਜ਼ ਕੈਨ। ਕੈਨ ਕਦੋਂ ਕਦੋਂ ਯੂਜ਼ ਹੁੰਦਾ? ਇਟ ਇਜ਼ ਯੂਜ਼ ਟੂ ਐਕਸਪ੍ਰੈਸ ਪਰਮਿਸ਼ਨ, ਪੋਸੀਬਿਲਿਟੀ ਐਂਡ ਐਬਿਲਿਟੀ। ਓਕੇ, ਇਟ ਇਜ਼ ਯੂਜ਼ਡ ਫॉर ਆਲ ਪਰਸਨਸ ਇਨ ਦਾ ਪ੍ਰੈਜ਼ੈਂਟ ਐਂਡ ਫਿਊਚਰ। ਪ੍ਰੈਜ਼ੈਂਟ ਅਤੇ ਫਿਊਚਰ ਟੈਂਸ ਦੇ ਵਿੱਚ ਕੈਨ ਦਾ ਯੂਜ਼ ਹੁੰਦਾ ਵਾ, ਪਾਸਟ ਦੇ ਵਿੱਚ ਇਹਦਾ ਯੂਜ਼ ਨਹੀਂ ਹੁੰਦਾ, ਕਿਉਂਕਿ ਇਹਦੀ ਜਿਹੜੀ ਫਾਰਮ ਹੁੰਦੀ ਆ ਨਾ ਕੁੱਡ, ਉਹਦੀ ਜਗ੍ਹਾ 'ਤੇ ਕੁੱਡ ਯੂਜ਼ ਹੁੰਦਾ। ਪਾਸਟ ਵਿੱਚ ਕੁੱਡ ਯੂਜ਼ ਹੋਏਗਾ ਅਤੇ ਕੈਨ ਯੂਜ਼ ਹੋਏਗਾ ਪ੍ਰੈਜ਼ੈਂਟ ਅਤੇ ਫਿਊਚਰ ਦੇ ਵਿੱਚ। ਠੀਕ ਹੈ, ਪਾਸਟ ਫਾਰਮ ਇਹਦੀ ਕੁੱਡ ਹੁੰਦੀ ਆ। ਠੀਕ ਹੈ, ਅਤੇ ਨੈਗੇਟਿਵ ਜਦੋਂ ਇਹਦਾ ਬਣਾਉਣਾ ਹੋਵੇ ਤਾਂ ਕੈਂਟ ਬਣਾ ਦਿੰਦੇ ਆ ਆਪਾਂ, ਇਹਨੂੰ ਕੈਂਟ ਕਹਿੰਦੇ ਆ, CAN ਅਪੋਸਟ੍ਰੋਫੀ T। ਕੰਟਰੈਕਟਿਡ ਫਾਰਮ ਜਿਹੜੀ ਇਹਦੀ ਬਣ ਜਾਂਦੀ ਆ। ਇੰਟੈਰੋਗੇਟਿਵ ਬਣਾਉਣਾ ਹੋਵੇ ਤਾਂ ਕੈਨ ਆਈ। ਹੈਲਪਿੰਗ ਵਰਬ ਸਟਾਰਟਿੰਗ 'ਚ ਆ ਜਾਂਦੀ ਆ, ਸਬਜੈਕਟ ਬਾਅਦ ਵਿੱਚ ਆ ਜਾਂਦਾ, ਫਿਰ ਬਾਕੀ ਸੈਂਟੈਂਸ। ਇੱਕ ਚੀਜ਼ ਯਾਦ ਜ਼ਰੂਰ ਰੱਖਿਓ, ਹਰ ਜਗ੍ਹਾ ਕੰਮ ਆਏਗੀ, ਜਿੰਨੇ ਵੀ ਮੋਡਲਸ ਹੁੰਦੇ ਆ, ਹੁਣ ਜਿੱਦਾਂ ਇੱਥੇ ਕੈਨ ਦੀ ਗੱਲ ਆ, ਇਹਨਾਂ ਤੋਂ ਬਾਅਦ 'ਚ ਹਮੇਸ਼ਾ ਹੈਲਪਿੰਗ ਵਰਬ ਹੀ ਆਉਂਦੀ। ਫੋਰ ਐਗਜ਼ਾਮਪਲ ਮੈਂ ਲਿਖਾਂ ਕੈਨ, ਇੱਥੇ ਆਊਗਾ ਗੋ। ਗੋ ਦਾ ਵੈਂਟ ਕਦੀ ਨਹੀਂ ਆਊਗਾ ਜਾਂ ਗੋਨ ਕਦੀ ਨਹੀਂ ਆਊਗਾ। ਜਿਹੜੀ ਬੇਸਿਕ ਵਰਬ ਹੁੰਦੀ ਆ ਨਾ, ਰੂਟ ਫਾਰਮ ਆਫ ਵਰਬ, ਉਹੀ ਆਉਣੀ ਆ, ਯਾਨੀ ਪਹਿਲੀ ਫਾਰਮ ਹਮੇਸ਼ਾ ਆਉਂਦੀ ਆ ਮੋਡਲਸ ਤੋਂ ਬਾਅਦ, ਮੋਡਲ ਕੋਈ ਵੀ ਹੋਵੇ। ਠੀਕ ਹੈ, ਹੁਣ ਪਰਮਿਸ਼ਨ ਵਾਸਤੇ ਯਾਨੀ ਆਗਿਆ ਵਾਸਤੇ ਯੂਜ਼ ਹੁੰਦਾ ਕੈਨ ਦਾ। ਯੂ ਕੈਨ ਗੋ ਨਾਓ, ਤੁਸੀਂ ਹੁਣ ਜਾ ਸਕਦੇ ਹੋ, ਯਾਨੀ ਕਿਸੇ ਨੇ ਆਗਿਆ ਦਿੱਤੀ। ਪੋਸੀਬਿਲਿਟੀ, ਸ਼ੀ ਕੈਨ ਮੇਕ ਮਿਸਟੇਕਸ, ਸੰਭਾਵਨਾ ਹੈਗੀ ਆ ਕਿ ਉਹ ਗਲਤੀਆਂ ਕਰ ਸਕਦੀ ਆ। ਪੋਸੀਬਿਲਿਟੀ ਮੀਨਸ ਹੋ ਸਕਦਾ। ਠੀਕ ਹੈ, ਅਬਿਲਿਟੀ ਹੁੰਦੀ ਕਿਸੇ ਦੀ ਕਾਬਲੀਅਤ, ਕੈਪੇਬਿਲਿਟੀ, ਕੋਈ ਕਿੰਨਾ ਕੁ ਕਾਬਿਲ ਹੈਗਾ ਆ। ਸ਼ੀ ਕੈਨ ਟਾਈਪ, ਉਹ ਟਾਈਪ ਕਰ ਸਕਦੀ ਆ। ਠੀਕ ਹੈ, ਮਤਲਬ ਉਹਦੀ ਕਾਬਲੀਅਤ ਆ। ਨੈਕਸਟ ਹੈਗਾ ਕੁੱਡ। ਕੁੱਡ ਜਿਹੜਾ ਆ ਕੈਨ ਦੀ ਹੀ ਪਾਸਟ ਫਾਰਮ ਆ, ਯਾਨੀ ਕੈਨ ਨੂੰ ਜਦੋਂ ਜੇ ਆਪਾਂ ਪਾਸਟ ਵਿੱਚ ਕਿਤੇ ਲਿਖਣਾ ਵਾ ਤਾਂ ਉੱਥੇ ਕੈਨ ਨਹੀਂ ਲਿਖਾਂਗੇ, ਆਪਾਂ ਲਿਖਾਂਗੇ ਕੁੱਡ। ਠੀਕ ਹੈ, ਰਿਕੁਐਸਟ ਕਿਸੇ ਨੂੰ ਕਰਨੀ ਹੋਵੇ ਨਾ, ਬੇਨਤੀ ਕਰਨੀ ਹੋਵੇ ਨਿਮਰਤਾ ਸਹਿਤ, ਉਦੋਂ ਆਪਾਂ ਯੂਜ਼ ਕਰਦੇ ਕੁੱਡ। ਠੀਕ ਹੈ, ਅਤੇ ਕੁੱਡ ਜਿਹੜਾ ਵਾ ਪ੍ਰੈਜ਼ੈਂਟ ਵਿੱਚ ਵੀ ਯੂਜ਼ ਹੋ ਸਕਦਾ ਵਾ, ਅਗਰ ਆਪਾਂ
ਨੈਕਸਟ ਅਬਿਲਿਟੀ। ਅਬਿਲਿਟੀ ਨੂੰ ਜਦੋਂ ਐਕਸਪ੍ਰੈਸ ਕਰਨਾ ਤਾਂ ਉਹ ਪਾਸਟ ਵਿੱਚ ਹੋਣੀ ਚਾਹੀਦੀ, ਯਾਨੀ ਮੰਨ ਲਓ ਆਪਾਂ ਕਿਸੇ ਦੀ ਅਬਿਲਿਟੀ ਦੇ ਬਾਰੇ ਗੱਲ ਕਰ ਰਹੇ ਹਾਂ, ਇੱਥੇ ਜਿੱਦਾਂ ਲਿਖਿਆ ਸ਼ੀ ਕੈਨ ਟਾਈਪ, ਅਗਰ ਮੈਂ ਬੋਲਣਾ ਹੋਵੇ ਉਹ ਟਾਈਪ ਕਰ ਸਕਦੀ ਸੀ, ਸ਼ੀ ਕੁਡ ਟਾਈਪ। ਠੀਕ ਹੈ, ਇੱਦਾਂ ਇਹ ਮੀਨਿੰਗ ਚੇਂਜ ਹੋ ਜਾਂਦਾ, ਯਾਨੀ ਟੈਂਸ ਚੇਂਜ ਹੋ ਜਾਂਦਾ ਆ ਇਹਨਾਂ ਦੀ ਯੂਸੇਜ ਦੇ ਨਾਲ, ਕੈਨ ਅਤੇ ਕੁਡ ਦੇ ਨਾਲ। ਠੀਕ ਹੈ, ਫਰਕ ਇੰਨਾ ਪੈਣਾ ਆ। ਨੈਕਸਟ ਪਰਮਿਸ਼ਨ ਅਗਰ ਆਪਾਂ ਕਿਸੇ ਦੀ ਲੈਣੀ ਆ ਉਦੋਂ ਵੀ ਆਪਾਂ ਕੁਡ ਲਗਾ ਸਕਦੇ, ਪੋਸੀਬਿਲਿਟੀ ਆ ਅਤੇ ਉਦੋਂ ਵੀ ਕੁਡ। ਕਹਿੰਦੇ ਕਿ ਪਰਮਿਸ਼ਨਸ ਲੈਣ ਵਾਸਤੇ ਵੀ ਯੂਜ਼ ਹੁੰਦਾ, ਜਿੱਦਾਂ ਕੁਡ ਵੀ ਗੋ ਐਟ 10, ਕਿ ਅਸੀਂ 10 ਵਜੇ ਨਾਲ ਜਾ ਸਕਦੇ ਹਾਂ ਉੱਥੇ। ਮਤਲਬ ਤੁਹਾਨੂੰ ਇੱਕੋ ਗੱਲ ਮੈਂ ਸਮਝਾਵਾਂਗੀ ਇੱਥੇ, ਜਿਹੜਾ ਕੈਨ ਅਤੇ ਕੁਡ ਹੁੰਦਾ ਨਾ, ਜਦੋਂ ਆਪਾਂ ਕਿਸੇ ਕੋਲ ਪਰਮਿਸ਼ਨ ਲੈਣੀ ਆ, ਕੋਈ ਰਿਕੁਐਸਟ ਕਰਨੀ ਨਾ, ਜਿਹੜੇ ਸਾਡੇ ਬਰਾਬਰ ਦੇ ਹੁੰਦੇ ਆ ਨਾ, ਜਿੱਦਾਂ ਮੰਨ ਲਓ ਕਿ ਤੁਸੀਂ ਸਟੂਡੈਂਟ ਹੋ, ਤੁਹਾਡੇ ਦੋਸਤ, ਉਹਨਾਂ ਨੂੰ ਤੁਸੀਂ ਕੈਨ ਦੇ ਨਾਲ ਬੁਲਾਓਗੇ, ਕੈਨ ਕਹਿ ਕੇ ਕੁਛ ਚੀਜ਼ ਲੈਣੀ ਆ। ਹਾਂ, ਅਗਰ ਕਿਸੇ ਨੂੰ ਤੁਸੀਂ ਰਿਕੁਐਸਟ ਕਰ ਰਹੇ ਹੋ ਨਾ, ਅਤੇ ਜਾਂ ਕਿਸੇ ਤੁਹਾਡੇ 'ਚ ਰੈਂਕ ਦੇ ਵਿੱਚ ਕੋਈ ਇਨਸਾਨ ਉੱਪਰ ਆ, ਠੀਕ ਹੈ, ਉਹਦੇ ਕੋਲੋਂ ਕੁਝ ਮੰਗ ਰਹੇ ਹੋ, ਪਰਮਿਸ਼ਨ ਮੰਗ ਰਹੇ ਹੋ, ਕੁਝ ਵੀ ਮੰਗ ਰਹੇ ਹੋ, ਅਤੇ ਉੱਥੇ ਤੁਸੀਂ ਕੁਡ ਲਗਾਓਗੇ। ਬਰਾਬਰ ਵਾਲਿਆਂ ਨਾਲ ਕੈਨ ਅਤੇ ਰੈਂਕ ਤੋਂ ਉੱਪਰ ਵਾਲਿਆਂ ਨਾਲ ਕੁਡ। ਅਤੇ ਕੁਡ ਰਿਕੁਐਸਟ ਦੇ ਲਈ ਵੀ ਤੁਸੀਂ ਜਿਹੜਾ ਇੱਥੇ ਯੂਜ਼ ਕਰ ਸਕਦੇ ਹੋ, ਉੱਥੇ ਕੈਨ ਵਰਤਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਪੋਲਾਈਟ ਰਿਕੁਐਸਟ ਲਈ ਹਮੇਸ਼ਾ ਕੁਡ ਹੀ ਯੂਜ਼ ਹੁੰਦਾ ਆ। ਠੀਕ ਹੈ, ਨੈਕਸਟ ਪੋਸੀਬਿਲਿਟੀ ਵਾਸਤੇ ਵੀ, ਸੰਭਾਵਨਾ ਵਾਸਤੇ ਵੀ ਕੁਡ ਯੂਜ਼ ਹੋ ਜਾਂਦਾ, ਬਟ ਇਨ ਪਾਸਟ ਟੈਂਸ। ਸ਼ੀ ਕੁਡ ਬੀ ਵੈਰੀ ਕਾਈਂਡ। ਠੀਕ ਹੈ, ਅਬਿਲਿਟੀ ਦੇ ਲਈ ਸ਼ੀ ਕੁਡ ਹਾਰਡਲੀ ਪਾਸ, ਮੁਸ਼ਕਿਲ ਨਾਲ ਹੀ ਪਾਸ ਹੋਈ ਸੀ। ਠੀਕ ਹੈ, ਰਿਕੁਐਸਟ ਦੇ ਲਈ ਯਾਨੀ ਬੇਨਤੀ ਕਰਨ ਦੇ ਲਈ, ਚਾਹੇ ਹੁਣ ਉਹ ਹੁਣ ਇੱਥੇ ਆ ਗਿਆ ਨਾ ਪ੍ਰੈਜੈਂਟ, ਵੈਸੇ ਤਾਂ ਪਾਸਟ ਵਿੱਚ ਯੂਜ਼ ਹੁੰਦਾ ਆ, ਬਟ ਹਾਂ ਜੇ ਰਿਕੁਐਸਟ ਆ ਤਾਂ ਫਿਰ ਪ੍ਰੈਜੈਂਟ ਦੇ ਵਿੱਚ ਯੂਜ਼ ਹੋਏਗਾ ਇਹ। ਕੁਡ ਯੂ ਲੈਂਡ ਮੀ ਯੋਰ ਪੈਨ, ਕਿ ਤੁਸੀਂ ਮੈਨੂੰ ਆਪਣਾ ਪੈਨ ਦਿਓਗੇ। ਠੀਕ ਹੈ, ਅਤੇ ਇਸ ਤਰੀਕੇ ਦੇ ਨਾਲ ਰਿਕੁਐਸਟ ਕਰਨ ਵਾਸਤੇ ਕੈਨ ਦਾ ਯੂਜ਼ ਹੋਏਗਾ। ਠੀਕ ਹੈ, ਨੈਕਸਟ ਇਜ਼ ਦਾ ਯੂਜ਼ ਆਫ ਦਾ ਮੇ। ਮੇ ਜਾਂ ਮਾਈਟ ਦਾ ਮਤਲਬ ਹੁੰਦਾ ਸ਼ਾਇਦ। ਠੀਕ ਹੈ, ਇਹਦਾ ਮਤਲਬ ਸ਼ਾਇਦ, ਇਹਦਾ ਮਤਲਬ ਸ਼ਾਇਦ ਹੀ। ਇਹਦੇ ਵਿੱਚ ਪੋਲਾਈਟਨੈਸ ਜ਼ਿਆਦਾ ਹੁੰਦੀ ਆ, ਜਾਂ ਅਗਰ ਮੈਂ ਗੱਲ ਕਰਾਂ ਪੋਸੀਬਿਲਿਟੀ ਦੀ, ਤਾਂ ਪੋਸੀਬਿਲਿਟੀ ਬਹੁਤ ਘੱਟ ਹੁੰਦੀ ਆ, ਜ਼ਰਾ ਜਿੰਨਾ ਇਹਨਾਂ ਦੋਵਾਂ 'ਚ ਫਰਕ ਆ। ਮੇ ਯੂਜ਼ ਹੁੰਦਾ ਆ ਜਦੋਂ ਆਪਾਂ ਕਿਸੇ ਕੋਲ ਪਰਮਿਸ਼ਨ ਲੈਣੀ ਹੋਵੇ। ਠੀਕ ਹੈ, ਅਤੇ ਯੂ ਮੇ ਗੋ ਨਾਓ, ਠੀਕ ਹੈ, ਤੁਸੀਂ ਹੁਣ ਜਾ ਸਕਦੇ ਹੋ, ਯਾਨੀ ਕੋਈ ਆਗਿਆ ਦੇ ਰਿਹਾ ਆ। ਪੋਸੀਬਿਲਿਟੀ, ਕਿਸੇ ਦੀ ਪੋਸੀਬਿਲਿਟੀ, ਸੰਭਾਵਨਾ ਐਕਸਪ੍ਰੈਸ ਕਰਨ ਲਈ ਵੀ ਮੇ ਦਾ ਯੂਜ਼ ਹੋ ਜਾਂਦਾ। ਹੀ ਮੇ ਕਮ ਟੂਡੇ, ਸ਼ਾਇਦ ਉਹ ਆ ਸਕਦਾ ਆ, ਸ਼ਾਇਦ ਆ ਗਿਆ ਨਾ, ਸ਼ਾਇਦ ਉਹ ਅੱਜ ਆ ਸਕਦਾ ਆ। ਵਿਸ਼ ਦਾ ਮਤਲਬ ਟੂ ਐਕਸਪ੍ਰੈਸ ਅ ਵਿਸ਼, ਅਸੀਸ ਦੇਣਾ, ਕਿਸੇ ਨੂੰ ਬਲੈਸਿੰਗਸ ਦੇਣਾ, ਉਦੋਂ ਆਪਾਂ ਮੇ ਯੂਜ਼ ਕਰਦੇ ਹਮੇਸ਼ਾ, ਜਿੱਦਾਂ ਮੇ ਯੂ ਲਿਵ ਲੌਂਗ, ਹੋਰ ਕਹਿ ਸਕਦੇ ਹਾਂ ਆਪਾਂ ਮੇ ਗੋਡ ਬਲੈਸ ਯੂ। ਠੀਕ ਹੈ, ਮੇ ਸ਼ੀ ਲਿਵ ਲੌਂਗ, ਕਿ ਤੇਰੀ ਬਹੁਤ ਲੰਬੀ ਉਮਰ ਹੋਵੇ। ਠੀਕ ਹੈ, ਮੇ ਹੀ ਲੀਡ ਆ ਹੈਪੀ ਮੈਰਿਡ ਲਾਈਫ, ਕਿ ਉਹ ਜਿਹੜੀ ਆ ਹੈਪੀ ਮੈਰਿਡ ਲਾਈਫ ਜਿਹੜੀ ਆ ਉਹ ਬਤੀਤ ਕਰੇ। ਠੀਕ ਹੈ, ਇਸ ਤਰੀਕੇ ਦੇ ਨਾਲ ਅਸੀਸ ਦੇਣੀ ਹੋਵੇ, ਇੱਕ ਹੁੰਦੀ ਨਾ ਬਦਦੁਆ ਅਤੇ ਇੱਕ ਹੁੰਦੀ ਦੁਆ। ਅਸੀਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਦੁਆ ਹੁੰਦੀ ਹੈ, ਯਾਨੀ ਦੁਆ ਕਰਨ ਦੇ ਲਈ ਵੀ ਇਹਦਾ ਯੂਜ਼ ਹੁੰਦਾ ਮੇ ਦਾ। ਨੈਕਸਟ ਇਜ਼ ਦਾ ਮਾਈਟ। ਮਾਈਟ ਦਾ ਮਤਲਬ ਵੀ ਸੇਮ ਹੀ ਹੁੰਦਾ ਸ਼ਾਇਦ। ਠੀਕ ਹੈ, ਪੋਸੀਬਿਲਿਟੀ ਦੀ ਗੱਲ, ਹੁਣ ਜੇ ਸੰਭਾਵਨਾ ਦੀ ਮੈਂ ਗੱਲ ਕਰਾਂ, ਇੱਥੇ ਲਿਖਿਆ ਵਾ ਇਟ ਐਕਸਪ੍ਰੈਸ ਗ੍ਰੇਟਰ ਡਾਊਟ ਦੈਨ ਮੇ। ਪੋਸੀਬਿਲਿਟੀ ਇਹਦੇ ਵਿੱਚ ਵੀ ਆ ਅਤੇ ਇਹਦੇ ਵਿੱਚ ਵੀ ਆ, ਕਹਿੰਦੇ ਪਰ ਇਹਦੇ 'ਚ ਸੰਭਾਵਨਾ ਜ਼ਿਆਦਾ ਹੋਏਗੀ। ਠੀਕ ਹੈ, ਜਿੱਦਾਂ ਮੈਂ ਕਹਾਂ ਇਟ ਮੇ ਰੇਨ, ਅੱਜ ਮੀਂਹ ਸ਼ਾਇਦ ਪਵੇ, ਅਤੇ ਜੇ ਮੈਂ ਇੱਥੇ ਕਹਾਂ ਇਟ ਮਾਈਟ ਰੇਨ, ਸ਼ਾਇਦ ਹੀ ਮੀਂਹ ਪਵੇ ਅੱਜ, ਯਾਨੀ ਬਹੁਤ ਮੁਸ਼ਕਿਲ ਆ, ਜਿਹੜੀ ਪੋਸੀਬਿਲਿਟੀ ਬਹੁਤ ਘੱਟ ਆ। ਇੱਥੇ ਜ਼ਿਆਦਾ ਹੁੰਦੀ ਆ ਅਤੇ ਇੱਥੇ ਘੱਟ ਹੁੰਦੀ ਆ। ਪਰਮਿਸ਼ਨ, ਮੋਰ ਪੋਲਾਈਟ ਦੈਨ ਮੇ, ਜਦੋਂ ਆਪਾਂ ਕਿਸੇ ਕੋਲੋਂ ਆਗਿਆ ਲੈਣੀ ਆ ਨਾ, ਅਤੇ ਆਪਾਂ ਮੇ ਦਾ ਯੂਜ਼ ਘੱਟ ਅਤੇ ਜੇ ਮਾਈਟ ਦਾ ਯੂਜ਼ ਜ਼ਿਆਦਾ ਕਰੀਏ ਨਾ, ਅਤੇ ਉੱਥੇ ਸਾਡੀ ਜਿਹੜੀ ਪੋਲਾਈਟਨੈਸ ਆ, ਯਾਨੀ ਨਿਮਰਤਾ, ਉਹ ਜ਼ਿਆਦਾ ਨਜ਼ਰ ਆਉਂਦੀ ਆ। ਠੀਕ ਹੈ, ਮਾਈਟ ਆਈ ਯੂਜ਼ ਯੋਰ ਪੈਨ, ਕੀ ਮੈਂ ਤੁਹਾਡਾ ਪੈਨ ਯੂਜ਼ ਕਰ ਸਕਦਾ ਹਾਂ। ਠੀਕ ਹੈ, ਜਿੱਦਾਂ ਮੈਂ ਕਹਾਂ ਕਿ ਮੈਂ ਤੁਹਾਡਾ ਪੈਨ ਯੂਜ਼ ਕਰ ਸਕਦਾ, ਕੀ ਮੈਂ ਤੁਹਾਡਾ ਪੈਨ ਯੂਜ਼ ਕਰ ਸਕਦਾ ਹਾਂ, ਇਹ ਦੋ ਚੀਜ਼ਾਂ 'ਚ ਫਰਕ ਆ। ਇੱਕ ਤਾਂ ਆਪਾਂ ਡਾਇਰੈਕਟ ਬੋਲ ਰਹੇ ਹਾਂ, ਅਤੇ ਇੱਕ ਦੇ ਵਿੱਚ ਸਾਡੀ ਜਿਹੜੀ ਆ ਪੋਲਾਈਟਨੈਸ ਆ, ਇੱਕ ਆਵਾਜ਼ ਦੇ ਵਿੱਚ। ਠੀਕ ਹੈ, ਅਤੇ ਇਹੀ ਫਰਕ ਆ ਮੇ ਅਤੇ ਮਾਈਟ ਦੇ ਵਿੱਚ। ਠੀਕ ਹੈ, ਨੈਕਸਟ ਹੈਗੀ ਇੰਟੈਂਸ਼ਨ। ਇੰਟੈਂਸ਼ਨ ਦਾ ਮਤਲਬ ਹੁੰਦਾ ਇਰਾਦਾ, ਜਿੱਦਾਂ ਹੁਣ ਇੱਥੇ ਲਿਖਿਆ ਵਾ ਆਈ ਮਾਈਟ ਲੀਵ ਐਟ ਵਾਂਸ, ਕਿ ਮੈਂ ਸ਼ਾਇਦ ਚਲਾ ਜਾਵਾਂ। ਠੀਕ ਹੈ, ਯੂ ਮਾਈਟ ਕਮ ਵਿਦ ਮੀ, ਤੁਸੀਂ ਮੇਰੇ ਨਾਲ ਆ ਸਕਦੇ ਹੋ। ਠੀਕ ਹੈ, ਇਰਾਦਾ ਜਿਹੜਾ ਵਾ ਆਪਣਾ, ਜੋ ਅੰਦਰ ਅਸੀਂ ਸੋਚ ਰਹੇ ਉਹ ਐਕਸਪ੍ਰੈਸ ਕਰਦੇ ਹਾਂ। ਠੀਕ
ठीक है, उदों भी आप जिहड़ा माइट यूज़ लगा सकते, माइट जिहड़ा यूज़ कर सकते हैं, ठीक है। द लास्ट पॉइंट दैट इज़ इनडायरैक्ट स्पीच। माइट इज़ इक्विवेलेंट ऑफ मे इन इनडायरैक्ट स्पीच। ਜਦੋਂ ਪ੍ਰੈਜ਼ੈਂਟ 'ਚ ਮੇ ਦਾ ਯੂਜ਼ ਕਰਦੇ ਆ ਨਾ ਆਪਾਂ, ਅਤੇ ਇਨਡਾਇਰੈਕਟ ਸਪੀਚ ਵਿੱਚ ਹੋ ਜਾਂਦੀ ਆ ਪਾਸਟ ਟੈਂਸ। ਇਹਨਾਂ ਦੇ ਵਿੱਚ ਇੱਥੇ ਜਿੱਦਾਂ ਆਹ ਚੀਜ਼ ਜਿਹੜੀ ਪਾਸਟ 'ਚ ਹੁੰਦੀ ਆ ਨਾ, ਅਤੇ ਅੱਗੇ ਜਾ ਕੇ ਜੇ ਇੱਥੇ ਮੇ ਆ ਤਾਂ ਉਹਦਾ ਮਾਈਟ ਬਣ ਜਾਣਾ ਹੁੰਦਾ। ਹੀ ਸੈਡ ਦੈਟ ਹੀ ਮਾਈਟ ਹੈਲਪ ਮੀ, ਇਹ ਸੈਂਟੈਂਸ ਹੋਣਾ ਸੀ ਹੀ ਸੈਡ ਹੀ ਮਾਈਟ ਹੈਲਪ ਮੀ, ਅਤੇ ਇਨਵਰਟਿਡ ਕੋਮਾ ਛੱਡ ਕੇ ਦੈਟ ਲੱਗ ਜਾਂਦਾ ਆ, ਇਹ ਇਹਦੇ ਅਕੋਰਡਿੰਗ ਚੇਂਜ ਹੋ ਜਾਂਦਾ ਵਾ। ਅਗਰ ਮੇ ਸੀ ਤਾਂ ਉਹਦਾ ਬਣ ਜਾਣਾ ਸੀ ਮਾਈਟ, ਠੀਕ ਹੈ। ਇਸ ਤਰੀਕੇ ਨਾਲ ਇਨਡਾਇਰੈਕਟ ਸਪੀਚ ਜਿਹੜੀ ਹੁੰਦੀ ਨਰੇਸ਼ਨ 'ਚ ਉਹ 'ਚ ਯੂਜ਼ ਹੁੰਦਾ ਹੈ, ਠੀਕ ਹੈ। ਨੈਕਸਟ ਇਜ਼ ਦਾ ਯੂਜ਼ ਆਫ ਦਾ ਸ਼ੈਲ। ਸ਼ੈਲ ਦਾ ਪਹਿਲਾ ਪੁਆਇੰਟ ਹੈਗਾ ਵਾ ਕਿ ਫਿਊਚਰ ਟੈਂਸ ਜਿਹੜਾ ਇਨਡੈਫੀਨੇਟ ਸਿੰਪਲ ਫਿਊਚਰ ਹੁੰਦਾ ਵਾ, ਫਿਊਚਰ ਈਵੈਂਟਸ ਨੂੰ ਐਕਸਪ੍ਰੈਸ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਆ, ਬਟ ਕਿਹਦੇ ਨਾਲ, ਫਸਟ ਪਰਸਨ ਨਾਲ, ਦੈਟ ਇਜ਼ ਆਈ ਐਂਡ ਵੀ, ਇਹਦੇ ਨਾਲ ਹੀ ਸਿਰਫ ਯੂਜ਼ ਹੋਏਗਾ। ਜਿਵੇਂ ਆਈ ਸ਼ੈਲ ਟਰਾਈ ਟੂ ਕੰਟੈਕਟ ਹਿਮ, ਮੈਂ ਕੋਸ਼ਿਸ਼ ਕਰਾਂਗਾ ਉਹਨੂੰ ਕਾਲ ਕਰਨ ਦੀ, ਠੀਕ ਹੈ। ਨੈਕਸਟ ਕਮਾਂਡ। ਕਮਾਂਡ ਦਾ ਮਤਲਬ ਹੁੰਦਾ ਕਿਸੇ ਨੂੰ ਇੰਸਟਰਕਸ਼ਨਸ ਦੇਣੀਆਂ। ਸ਼ੈਲ ਇਜ਼ ਯੂਜ਼ਡ ਵਿਦ ਦ ਸੈਕਿੰਡ ਐਂਡ ਥਰਡ ਪਰਸਨ ਟੂ ਐਕਸਪ੍ਰੈਸ ਕਮਾਂਡ, ਥ੍ਰੈਟ ਐਂਡ ਪ੍ਰੋਮਿਸ। ਕਮਾਂਡ ਦੇਣੀ, ਕਿਸੇ ਨੂੰ ਡਾਇਰੈਕਸ਼ਨ ਦੇਣੀ, ਥ੍ਰੈਟ ਦੇਣਾ, ਕਿਸੇ ਨੂੰ ਡਰਾਉਣਾ, ਪ੍ਰੋਮਿਸ ਵਾਅਦਾ ਦੇਣਾ। ਕਹਿੰਦੇ ਇਹ ਤਿੰਨ ਕੇਸ ਜਿਹੜੇ ਆ ਨਾ, ਇਹ ਕਿਹਨਾਂ ਦੇ ਨਾਲ ਹੋਣਗੇ, ਜਿੱਥੇ ਸੈਕਿੰਡ ਅਤੇ ਥਰਡ ਪਰਸਨ ਹੋਏਗਾ। ਫਸਟ ਪਰਸਨ ਨਾਲ ਤੁਸੀਂ ਇਹ ਨਹੀਂ ਲਗਾਓਗੇ। ਸੈਕਿੰਡ ਪਰਸਨ ਤੁਹਾਡਾ ਹੁੰਦਾ ਯੂ, ਥਰਡ ਪਰਸਨ ਹੁੰਦਾ ਵਾ ਹੀ, ਸ਼ੀ, ਨੇਮ ਐਂਡ ਇਟ। ਇਹ ਜਿੱਥੇ ਹੋਣਗੇ ਨਾ, ਅਤੇ ਉਹ ਕਮਾਂਡ, ਥ੍ਰੈਟ ਜਾਂ ਪ੍ਰੋਮਿਸ ਕਰ ਰਹੇ ਹੋਣਗੇ, ਉੱਥੇ ਤੁਸੀਂ ਲਗਾ ਦੇਣਾ ਸ਼ੈਲ। ਅੱਗੇ ਹੈਗਾ ਡਿਟਰਮੀਨੇਸ਼ਨ। ਡਿਟਰਮੀਨੇਸ਼ਨ ਹੁੰਦੀ ਨਿਸ਼ਚਾ, ਕਿ ਕੋਈ ਚੀਜ਼ ਨੂੰ ਆਪਾਂ ਪੱਕੇ ਇਰਾਦੇ ਨਾਲ ਜਿਹੜਾ ਕਰਨਾ ਹੋਵੇ, ਦੈਟ ਇਜ਼ ਕਾਲਡ ਡਿਟਰਮੀਨੇਸ਼ਨ। ਕਹਿੰਦੇ ਜਦੋਂ ਡਿਟਰਮੀਨੇਸ਼ਨ ਆ, ਕੋਈ ਸਾਡਾ ਹੋਰ ਇੰਟੈਂਸ਼ਨ ਆ, ਕਹਿੰਦੇ ਉਸ ਚੀਜ਼ ਨੂੰ ਜਦੋਂ ਆਪਾਂ ਐਕਸਪ੍ਰੈਸ ਕਰਨਾ ਵਾ, ਅਤੇ ਕਹਿੰਦੇ ਉਹਦੇ ਵਿੱਚ ਵੀ ਸੈਕਿੰਡ ਅਤੇ ਥਰਡ ਪਰਸਨ ਲੱਗੇ ਹੋਣਗੇ, ਅਤੇ ਫਿਰ ਤੁਸੀਂ ਸ਼ੈਲ ਲਗਾਓਗੇ, ਅਦਰਵਾਈਜ਼ ਨਹੀਂ ਲਗਾਓਗੇ। ਫਸਟ ਪਰਸਨ ਨਾਲ ਆਈ ਵੀ ਨਾਲ ਨਹੀਂ ਲਗਾਉਣਾ। ਆਈ ਵੀ ਨਾਲ ਸਿਰਫ ਉਦੋਂ ਲਗਾਉਣਾ ਜਦੋਂ ਸਿੰਪਲ ਫਿਊਚਰ ਟੈਂਸ ਦੀ ਗੱਲ ਹੋਵੇ। ਕਮਾਂਡ, ਕੋਈ ਥ੍ਰੈਟ ਆ, ਪ੍ਰੋਮਿਸ ਆ, ਡਿਟਰਮੀਨੇਸ਼ਨ, ਉੱਥੇ ਤੁਸੀਂ ਜਿਹੜਾ ਸ਼ੈਲ ਲਗਾ ਦੇਣਾ। ਅੱਗੇ ਉਹ ਗੱਲ ਕਰਦੇ ਆ ਪ੍ਰੋਹਿਬਿਸ਼ਨ। ਜਿਸ ਚੀਜ਼ ਦੀ ਮਨਾਹੀ ਹੋਵੇ, ਸੈਂਟੈਂਸ ਦੇ ਵਿੱਚ ਅਗਰ ਸੈਕਿੰਡ ਅਤੇ ਥਰਡ ਪਰਸਨ ਯੂਜ਼ ਹੋ ਰਹੇ ਆ, ਅਤੇ ਕੋਈ ਚੀਜ਼ ਦੀ ਮਨਾਹੀ ਹੋ ਰਹੀ ਆ, ਉੱਥੇ ਵੀ ਤੁਸੀਂ ਸ਼ੈਲ ਨੋਟ ਲਗਾਓਗੇ। ਮਨਾਹੀ ਦਾ ਮਤਲਬ ਤਾਂ ਇਹੀ ਹੁੰਦਾ ਨਾ ਕਿ ਨਹੀਂ ਇੱਥੇ ਨਹੀਂ ਜਾਣਾ, ਨਹੀਂ ਆ ਨਹੀਂ ਕਰਨਾ, ਯਾਨੀ ਨੋਟ ਯੂਜ਼ ਹੋਏਗਾ, ਅਤੇ ਉੱਥੇ ਤੁਸੀਂ ਸ਼ੈਲ ਨੋਟ ਯੂਜ਼ ਕਰਨਾ, ਠੀਕ ਹੈ। ਇੰਟੈਰੋਗੇਟਿਵ ਦੇ ਵਿੱਚ ਜੇ ਫਸਟ ਪਰਸਨ ਕੋਈ ਆਫਰ ਦੇ ਰਿਹਾ ਆ, ਠੀਕ ਹੈ, ਉੱਥੇ ਵੀ ਤੁਸੀਂ ਸ਼ੈਲ ਲਗਾ ਸਕਦੇ ਹੋ। ਅਗਰ ਸੈਕਿੰਡ ਪਰਸਨ ਅਤੇ ਥਰਡ ਪਰਸਨ ਕੋਈ ਚੀਜ਼ ਆਫਰ ਕਰ ਰਿਹਾ ਵਾ, ਉੱਥੇ ਤੁਸੀਂ ਸ਼ੈਲ ਨਹੀਂ ਲਗਾਉਣਾ, ਉੱਥੇ ਤੁਸੀਂ ਵਿਲ ਲਗਾਓਗੇ। ਇਹ ਚੀਜ਼ਾਂ ਕਾਊਂਟਰ ਹੁੰਦੀਆਂ। ਮੰਨ ਲਓ ਇਹ ਚੀਜ਼ ਇੱਦਾਂ ਯੂਜ਼ ਹੋ ਰਹੀ ਆ, ਅਤੇ ਫਿਰ ਉਹ ਚੀਜ਼ ਉਹਦੇ ਉਲਟੀ ਹੋ ਜਾਂਦੀ, ਯਾਨੀ ਸ਼ੈਲ ਐਂਡ ਵਿਲ। ਇੱਕ ਜਗ੍ਹਾ ਅਗਰ ਫਸਟ ਪਰਸਨ ਦਾ ਯੂਜ਼ ਹੋ ਰਿਹਾ, ਅਤੇ ਦੂਜੇ ਕੇਸ ਦੇ ਵਿੱਚ ਉਹ ਕਹਿੰਦਾ ਯੂਜ਼, ਉਹਦੀ ਜਗ੍ਹਾ 'ਤੇ ਯੂਜ਼ ਹੋ ਜਾਣਾ ਸ਼ੈਲ। ਜਿੱਦਾਂ ਇੱਥੇ ਮੈਂ ਗੱਲ ਕਰ ਰਹੀ ਹਾਂ ਕਿ ਅਗਰ ਫਸਟ ਪਰਸਨ ਕੋਈ ਚੀਜ਼ ਤੁਹਾਨੂੰ ਆਫਰ ਕਰ ਰਿਹਾ ਆ ਇੰਟੈਰੋਗੇਟਿਵ 'ਚ, ਅਤੇ ਉੱਥੇ ਸ਼ੈਲ ਯੂਜ਼ ਹੋ ਰਿਹਾ ਨਾ, ਪਰ ਜੇ ਇੱਥੇ ਹੁੰਦਾ ਕਿ ਫਸਟ ਪਰਸਨ ਨਾਲ ਸ਼ੈਲ ਯੂਜ਼ ਹੋ ਰਿਹਾ, ਅਤੇ ਜੇ ਕੋਈ ਥਰਡ ਪਰਸਨ ਜਾਂ ਸੈਕਿੰਡ ਪਰਸਨ ਕੁਝ ਆਫਰ ਕਰੇਗਾ, ਅਤੇ ਉੱਥੇ ਕੀ ਆ, ਇੱਥੇ ਲੱਗ ਜਾਣਾ ਵਿਲ। ਵਿਲ ਯੂ ਸ਼ਟ ਦਾ ਵਿੰਡੋ, ਸ਼ੈਲ ਆਈ ਸ਼ਟ ਦਾ ਵਿੰਡੋ। ਯੂ ਸੈਕਿੰਡ ਪਰਸਨ ਆ, ਆਈ ਜਿਹੜਾ ਫਸਟ ਪਰਸਨ ਆ, ਇਹੀ ਫਰਕ ਆ। ਕੋਈ ਚੀਜ਼ ਉਹਦੇ ਉਲਟ ਕਰ ਦੇਣੀ, ਠੀਕ ਹੈ। ਨੈਕਸਟ ਯੂਜ਼ ਆਫ ਦਾ ਵਿਲ। ਵਿਲ ਦਾ ਤੁਹਾਨੂੰ ਪਤਾ ਜਿੱਦਾਂ ਸ਼ੈਲ ਯੂਜ਼ ਹੁੰਦਾ, ਉਸੇ ਤਰੀਕੇ ਨਾਲ ਇਹ ਵੀ ਟੈਂਸ ਦੇ ਵਿੱਚ ਸਿੰਪਲ ਫਿਊਚਰ ਟੈਂਸ ਯੂਜ਼ ਹੋ ਜਾਂਦਾ ਆ, ਠੀਕ ਹੈ। ਨੈਕਸਟ ਉਹਨਾਂ ਨੇ ਕਿਹਾ ਆ ਵਿਲਿੰਗਨੈਸ ਜਾਂ ਇੰਟੈਂਸ਼ਨ। ਵਿਲਿੰਗਨੈਸ ਹੁੰਦਾ ਆ ਕੋਈ ਚੀਜ਼ ਆਪਣੀ ਇੱਛਾ ਨਾਲ ਕਰਨਾ, ਠੀਕ ਹੈ, ਜਾਂ ਇੰਟੈਂਸ਼ਨ ਤੁਹਾਨੂੰ ਪਤਾ ਇਰਾਦਾ ਹੁੰਦਾ ਆ, ਠੀਕ ਹੈ। ਜਦੋਂ ਉਹ ਫਸਟ ਪਰਸਨ ਦੀ ਹੋਵੇ, ਫਿਰ ਤੁਸੀਂ ਵਿਲ ਲਗਾਓਗੇ, ਠੀਕ ਹੈ। ਡਿਟਰਮੀਨੇਸ਼ਨ, ਜਿਹੜੀ ਡਿਟਰਮੀਨੇਸ਼ਨ ਅੱਗੇ ਆਪਾਂ ਕੀਤੀ ਫਸਟ ਅਤੇ ਸੈਕਿੰਡ ਪਰਸਨ ਨਾਲ ਸ਼ੈਲ ਲਗਾਉਂਦੇ ਹਾਂ, ਅਤੇ ਇੱਥੇ ਕੀ ਆ, ਵਿਲ ਦਾ ਯੂਜ਼ ਹੁੰਦਾ ਵਾ ਪਹਿਲੇ ਪਰਸਨ ਨਾਲ। ਸ਼ੈਲ ਦੇ ਨਾਲ ਲੱਗਦਾ ਆ, ਸੈਕਿੰਡ ਪਰਸਨ ਨਾਲ ਅਤੇ ਥਰਡ ਪਰਸਨ ਨਾਲ ਸ਼ੈਲ ਲੱਗਦਾ ਆ ਅਗਰ ਡਿਟਰਮੀਨੇਸ਼ਨ ਦੀ ਗੱਲ ਕਰੀਏ, ਅਤੇ ਫਸਟ ਪਰਸਨ ਨਾਲ ਲੱਗਦਾ ਵਿਲ, ਠੀਕ ਹੈ। ਇਹ ਫਰਕ ਆ। ਡਿਟਰਮੀਨੇਸ਼ਨ ਪੱਕਾ ਇਰਾਦਾ ਅਗਰ ਐਕਸਪ੍ਰੈਸ ਕਰਨਾ, ਤਾਂ ਆਈ ਵਿਲ ਹੋਏਗਾ, ਅਤੇ ਜੇ ਥਰਡ ਅਤੇ ਸੈਕਿੰਡ ਪਰਸਨ ਦੀ ਗੱਲ ਹੋਈ ਦੈਨ ਸ਼ੈਲ। ਸੈਕਿੰਡ ਪਰਸਨ ਹੁੰਦਾ ਯੂ,
ਥਰਡ ਪਰਸਨ ਹੁੰਦਾ ਹੀ ਸ਼ੀ ਇਟ ਤੇ ਨੇਮ ਕਿਸੇ ਦਾ ਵੀ, ਠੀਕ ਹੈ। ਨੈਕਸਟ ਹੈਗਾ ਕੰਡੀਸ਼ਨਲ ਕਲੌਜ਼। ਕੰਡੀਸ਼ਨਲ ਕਲੌਜ਼ ਉਹ ਹੁੰਦੇ ਆ ਜਿਹ 'ਚ ਲਿਖਿਆ ਹੋਵੇ ਇਫ, ਜੇ ਮੈਂ ਇੱਦਾਂ ਕਰਾਂਗੀ ਤੇ, ਜੇ ਇਵੇਂ ਹੋਏਗਾ ਤੇ, ਜਿਸ 'ਚ ਆਹ ਚੀਜ਼ ਗੱਲ ਕਹੀ ਗਈ ਹੋਵੇ। ਕੰਡੀਸ਼ਨ ਯਾਨੀ ਸ਼ਰਤ ਰੱਖੀ, ਕੰਡੀਸ਼ਨ ਦਾ ਮਤਲਬ ਹੁੰਦਾ ਸ਼ਰਤ, ਤੇ ਉਹ ਬਣ ਜਾਂਦਾ ਤੁਹਾਡਾ ਕੰਡੀਸ਼ਨਲ। ਇਫ ਯੂ ਵਰਕ ਯੂ ਵਿਲ ਪਾਸ, ਜੇ ਮਿਹਨਤ ਕਰੇਗਾ ਤੇ ਪਾਸ ਹੋਏਗਾ। ਇਫ ਯੂ ਲੀਵ ਇਨ ਟਾਈਮ ਯੂ ਵਿਲ ਕੈਚ ਦਾ ਟ੍ਰੇਨ, ਜੇ ਟਾਈਮ ਨਾਲ ਤੁਰੇਗਾ ਫਿਰ ਹੀ ਟ੍ਰੇਨ ਕੈਚ ਕਰ ਪਾਏਗਾ, ਠੀਕ ਹੈ। ਯਾਨੀ ਇੱਕ ਸ਼ਰਤ ਹੁੰਦੀ ਆ। ਰਿਕੁਐਸਟ ਕਰਨ ਦੇ ਲਈ, ਜਦੋਂ ਆਪਾਂ ਕਿਸੇ ਨੂੰ ਰਿਕੁਐਸਟ ਕਰਨੀ ਹੋਵੇ ਨਾ, ਠੀਕ ਹੈ, ਅਤੇ ਉਦੋਂ ਕਹਿੰਦੇ ਕਿ ਸੈਕਿੰਡ ਥਰਡ ਪਰਸਨ ਦੇ ਨਾਲ ਆਪਾਂ ਵਿਲ ਲਗਾਵਾਂਗੇ। ਵਿਲ ਯੂ ਪਲੀਜ਼, ਕੀ ਤੁਸੀਂ ਮੈਨੂੰ ਆਪਣਾ ਪੈਨ ਦਿਓਗੇ। ਨੈਕਸਟ ਇਜ਼ ਦਾ ਯੂਜ਼ ਆਫ ਦਾ ਸ਼ੁੱਡ। ਓਕੇ, ਸ਼ੁੱਡ ਦਾ ਅਗਰ ਮੈਂ ਪੰਜਾਬੀ ਦੇ ਵਿੱਚ ਇਹਦੀ ਟਰਾਂਸਲੇਸ਼ਨ ਕਰਾਂ, ਦੈਟ ਇਜ਼ ਦਾ ਚਾਹੀਦਾ, ਠੀਕ ਹੈ। ਇਹਨੂੰ ਕਹਿ ਸਕਦੇ ਹਾਂ ਕਿ ਜਿਸ 'ਚ ਆਪਾਂ ਜਿਨ੍ਹਾਂ ਵਾਕਾਂ 'ਚ ਆਪਾਂ ਚਾਹੀਦਾ ਵਰਡ ਯੂਜ਼ ਕਰਾਂਗੇ ਉਹਨਾਂ 'ਚ ਆ ਜਾਊਗਾ ਸ਼ੁੱਡ, ਠੀਕ ਹੈ। ਇਨਡਾਇਰੈਕਟ ਸਪੀਚ, ਇਨਡਾਇਰੈਕਟ ਸਪੀਚ ਦਾ ਮਤਲਬ ਨਰੇਸ਼ਨ ਦੇ ਵਿੱਚ ਜਦੋਂ ਇੱਥੇ ਰਿਪੋਰਟਡ ਵਰਬ ਜਿਹੜੀ ਪਾਸਟ ਵਿੱਚ ਹੁੰਦੀ ਆ ਨਾ, ਅਤੇ ਜਿਹੜੀ ਆਹ ਵਾਲਾ ਮਾਡਲ ਹੁੰਦਾ ਆ ਸ਼ੈਲ, ਸ਼ੈਲ ਦਾ ਬਣ ਜਾਂਦਾ ਸ਼ੁੱਡ, ਸ਼ੈਲ ਦਾ ਵੁੱਡ ਵੀ ਬਣ ਜਾਂਦਾ ਆ, ਠੀਕ ਹੈ। ਵੁੱਡ ਜ਼ਿਆਦਾ ਪ੍ਰੈਫਰੇਬਲ ਹੁੰਦਾ ਆ, ਬਟ ਸ਼ੁੱਡ ਵੀ ਲਗਾ ਸਕਦੇ ਹੋ। ਯਾਨੀ ਇਹ ਪ੍ਰੈਜ਼ੈਂਟ ਅਤੇ ਪ੍ਰੈਜ਼ੈਂਟ ਫਾਰਮ ਹੁੰਦੀ ਸ਼ੈਲ ਦੀ, ਅਤੇ ਜਦੋਂ ਇਹਨੂੰ ਕਨਵਰਟ ਕਰਦੇ ਪਾਸਟ 'ਤੇ ਬਣ ਜਾਂਦਾ ਸ਼ੁੱਡ, ਠੀਕ ਹੈ। ਬੀ ਹੈਗਾ ਆ ਐਡਵਾਈਸ ਡਿਊਟੀ, ਠੀਕ ਹੈ, ਜਦੋਂ ਕਿਸੇ ਨੂੰ ਸਲਾਹ ਦੇਣੀ ਹੋਵੇ। ਇਟ ਇਜ਼ ਯੂਜ਼ ਟੂ ਐਕਸਪ੍ਰੈਸ ਐਡਵਾਈਸ ਐਂਡ ਡਿਊਟੀ, ਜਦੋਂ ਆਪਾਂ ਕਿਸੇ ਨੂੰ ਕੋਈ ਸਲਾਹ ਦੇਣੀ ਹੋਵੇ ਜਾਂ ਉਹਨੂੰ ਆਪਣਾ ਡਿਊਟੀ ਦੱਸਣੀ ਹੋਵੇ, ਫਰਜ਼ ਦੱਸਣਾ ਹੋਵੇ, ਉਦੋਂ ਵੀ ਆਪਾਂ ਜਿਹੜਾ ਸ਼ੁੱਡ ਯੂਜ਼ ਕਰਾਂਗੇ। ਫੋਰ ਐਗਜ਼ਾਮਪਲ ਯੂ ਸ਼ੁੱਡ ਕੰਸਲਟ ਅ ਡਾਕਟਰ, ਮੈਂ ਸਲਾਹ ਦੇ ਰਹੀ ਹਾਂ ਕਿ ਤੁਸੀਂ ਡਾਕਟਰ ਨੂੰ ਜਿਹੜਾ ਵਾ ਵਿਜ਼ਿਟ ਕਰੋ ਜਾਂ ਉਹਨਾਂ ਨਾਲ ਸਲਾਹ ਕੋਈ ਕਰੋ, ਠੀਕ ਹੈ, ਉਹਨੂੰ ਮਿਲਣਾ ਚਾਹੀਦਾ ਤੁਹਾਨੂੰ। ਪੀਪਲ ਸ਼ੁੱਡ ਮੇਨਟੇਨ ਡਿਸਿਪਲਿਨ, ਕਿ ਲੋਕਾਂ ਨੂੰ ਜਿਹੜਾ ਪੀਪਲ ਸ਼ੁੱਡ ਮੇਨਟੇਨ ਪੀਸ, ਕਿ ਲੋਕਾਂ ਨੂੰ ਜਿਹੜਾ ਆ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਆ। ਹੀ ਸ਼ੁੱਡ ਓਬੇ ਹਿਜ਼ ਪੇਰੈਂਟਸ, ਯਾਨੀ ਤੁਹਾਡਾ ਫਰਜ਼ ਆ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਓਬੇ ਕਰੋ ਜਾਂ ਉਹਨਾਂ ਦਾ ਕਹਿਣਾ ਮੰਨੋ ਜਾਂ ਉਹਨਾਂ ਦਾ ਕਹਿਣਾ ਮੰਨਣਾ ਚਾਹੀਦਾ ਆ, ਠੀਕ ਹੈ। ਪਰ ਪਰਪਸ ਦਾ ਮਤਲਬ ਹੁੰਦਾ ਕਾਰਨ, ਕਿਸੇ ਦੇ ਪਿੱਛੇ ਕੀ ਕਾਰਨ ਹੁੰਦਾ, ਠੀਕ ਹੈ। ਸਤੀਸ਼ ਵਰਕਡ ਹਾਰਡ ਸੋ ਦੈਟ ਹੀ ਸ਼ੁੱਡ ਗੈਟ ਗੁੱਡ ਮਾਰਕਸ, ਉਹਨੇ ਇੰਨੀ ਮਿਹਨਤ ਕੀਤੀ, ਮਿਹਨਤ ਕਰਨ ਦਾ ਕਾਰਨ ਕੀ ਸੀਗਾ, ਸੋ ਦੈਟ ਹੀ ਸ਼ੁੱਡ ਗੈਟ ਫਸਟ ਕਲਾਸ, ਕਿ ਮਤਲਬ ਉਹ ਫਸਟ ਕਲਾਸ ਦੇ ਵਿੱਚ ਆ ਸਕੇ ਜਾਂ ਫਸਟ ਪੋਜੀਸ਼ਨ ਜਾਂ ਰੈਂਕ 'ਤੇ ਆ ਸਕੇ, ਠੀਕ ਹੈ। ਸ਼ੀ ਰੈਨ ਫਾਸਟ ਲੈਸਟ ਸ਼ੀ ਸ਼ੁੱਡ ਮਿਸ ਦਾ ਟ੍ਰੇਨ, ਕਿ ਉਹਨੂੰ ਜਿਹੜਾ ਵਾ ਲੈਸਟ ਆਪਾਂ ਉਦੋਂ ਲਗਵਾਉਣਾ ਹੁੰਦਾ ਵਾ ਜਦੋਂ ਆਪਾਂ ਅਵੋਇਡ ਕਰਦੇ ਹਾਂ ਕਿਸੇ ਰਿਸਕ ਨੂੰ, ਠੀਕ ਹੈ। ਲੈਸ ਅਤੇ ਸ਼ੁੱਡ ਇਕੱਠੇ ਆਉਂਦੇ ਆ, ਕੰਜੰਕਸ਼ਨ ਦਾ ਇੱਕ ਪੇਅਰ ਹੁੰਦਾ, ਲੈਸ ਅਤੇ ਸ਼ੁੱਡ ਇਕੱਠੇ ਹੁੰਦੇ ਆ। ਕਈ ਵਾਰੀ ਕਹਿੰਦੇ ਕਿ ਉਹਨੂੰ ਤੇਜ਼ ਭੱਜਣਾ ਚਾਹੀਦਾ ਵਾ, ਇਹ ਤਾਂ ਜੋ ਉਹਦੀ ਜਿਹੜੀ ਟ੍ਰੇਨ ਮਿਸ ਨਾ ਹੋਵੇ, ਨਹੀਂ ਤਾਂ ਉਹਦੀ ਟ੍ਰੇਨ ਮਿਸ ਹੋ ਸਕਦੀ ਹੈ, ਠੀਕ ਹੈ। ਯਾਨੀ ਉਹ ਰਿਸਕ ਨੂੰ ਅਵੋਇਡ ਕਰ ਰਹੇ ਆ, ਲੈਸ ਅਤੇ ਸ਼ੁੱਡ ਦਾ ਯੂਜ਼ ਹੋਇਆ, ਠੀਕ ਹੈ। ਨੈਕਸਟ ਹੈਗਾ ਐਜ਼ੰਪਸ਼ਨ। ਐਜ਼ੰਪਸ਼ਨ ਦਾ ਮਤਲਬ ਹੁੰਦਾ ਕੋਈ ਚੀਜ਼ ਮੰਨ ਕੇ ਚੱਲਣਾ, ਠੀਕ ਹੈ। ਦੇ ਲੈਫਟ ਅਰਲੀ, ਦੇ ਸ਼ੁੱਡ ਹੈਵ ਰੀਚਡ ਦੇਅਰ ਬਾਏ ਨਾਓ, ਠੀਕ ਹੈ। ਮੰਨ ਕੇ ਕਹਿੰਦੇ ਕਿ ਉਹ ਜਲਦੀ ਹੀ ਕਹਿੰਦੇ ਉਹ ਲੈਫਟ ਕਰ ਗਏ ਸੀਗੇ, ਕਹਿੰਦੇ ਦੇ ਸ਼ੁੱਡ ਹੈਵ ਰੀਚਡ ਦੇਅਰ ਬਾਏ ਨਾਓ, ਹੁਣ ਤੱਕ ਉਹਨਾਂ ਨੂੰ ਉੱਥੇ ਪਹੁੰਚ ਜਾਣਾ ਚਾਹੀਦਾ ਸੀਗਾ। ਯਾਨੀ ਕਿ ਆਪਾਂ ਮੰਨ ਰਹੇ ਹਾਂ, ਇਹ ਨਹੀਂ ਕਿ ਉਹ ਪਹੁੰਚ ਗਏ ਆ, ਠੀਕ ਹੈ। ਨੈਕਸਟ ਹੈਗਾ ਆਰਡਰ। ਇਟ ਇਜ਼ ਯੂਜ਼ ਟੂ ਐਕਸਪ੍ਰੈਸ ਆਰਡਰ, ਕੋਈ ਤੁਸੀਂ ਆਰਡਰ ਦਿੱਤਾ ਉਹਦੇ ਲਈ ਵੀ ਤੁਸੀਂ ਸ਼ੁੱਡ ਯੂਜ਼ ਕਰੋਗੇ। ਵਿਜ਼ਿਟਰ ਸ਼ੁੱਡ ਰਜਿਸਟਰ ਦੈਮਸੈਲਵਸ ਐਟ ਦਾ ਕਾਊਂਟਰ, ਕਿ ਜਿਹੜੇ ਵਿਜ਼ਿਟਰਸ ਆਏ ਆ, ਯਾਤਰੀ ਆਏ ਆ, ਉਹਨਾਂ ਨੂੰ ਆਪਣੇ ਆਪ ਨੂੰ ਜਿਹੜਾ ਵਾ ਰਜਿਸਟਰ ਕਾਊਂਟਰ ਦੇ ਉੱਪਰ ਜਾ ਕੇ ਰਜਿਸਟਰ ਕਰਵਾਉਣਾ ਚਾਹੀਦਾ ਆ, ਠੀਕ ਹੈ। ਕਿਸੇ ਨੂੰ ਕੁਐਸਚਨ ਕਰਨਾ ਇੰਟੈਰੋਗੇਟਿਵਸ ਦੇ ਵਿੱਚ ਯੂਜ਼ ਹੁੰਦਾ। ਸ਼ੁੱਡ ਇਜ਼ ਯੂਜ਼ਡ ਇਨ ਕੁਐਸਚਨਸ ਟੂ ਆਸਕ ਸਮਵਨ ਫॉर ਐਡਵਾਈਸ, ਕਿਸੇ ਨੂੰ ਸਲਾਹ ਦੇਣੀ ਆ ਜਾਂ ਕੋਈ ਪਰਮਿਸ਼ਨ ਲੈਣੀ ਆ ਨਾ, ਅਤੇ ਉਦੋਂ ਵੀ ਕਹਿੰਦੇ ਇੰਟੈਰੋਗੇਟਿਵਸ ਦੇ ਵਿੱਚ ਯੂਜ਼ ਹੁੰਦਾ ਸ਼ੁੱਡ। ਸ਼ੁੱਡ ਆਈ ਗੋ ਟੂ ਦਾ ਯੂਨੀਵਰਸਿਟੀ, ਕਹਿੰਦੇ ਕਿ ਕੀ ਮੈਨੂੰ ਯੂਨੀਵਰਸਿਟੀ ਜਾਣਾ ਚਾਹੀਦਾ ਆ, ਠੀਕ ਹੈ, ਕੋਈ ਸਲਾਹ ਲੈ ਰਿਹਾ ਆ। ਵਟ ਸ਼ੁੱਡ ਆਈ ਡੂ, ਮੈਨੂੰ ਕੀ ਕਰਨਾ ਚਾਹੀਦਾ ਆ, ਠੀਕ ਹੈ, ਇਸ ਤਰੀਕੇ ਦਾ। ਸੁਜੈਸ਼ਨ ਦਾ ਮਤਲਬ ਹੁੰਦਾ ਸਲਾਹ, ਐਡਵਾਈਸ ਅਤੇ ਸੁਜੈਸ਼ਨ ਬੋਥ ਆਰ ਸੇਮ ਥਿੰਗਸ। ਵੈਦਰ ਹੀ ਸ਼ੁੱਡ ਡੂ ਅ ਪਰਟੀਕੂਲਰ ਥਿੰਗ ਔਰ ਨਾਟ। ਇਫ ਆਈ ਵਰ ਯੂ ਆਈ ਸ਼ੁੱਡ ਨਾਟ ਗੋ, ਜੇ ਮੈਂ ਤੇਰੀ ਜਗ੍ਹਾ ਹੁੰਦਾ ਤਾਂ ਮੈਂ ਨਹੀਂ ਜਾਂਦਾ, ਠੀਕ ਹੈ, ਸਲਾਹ ਦੇ ਰਿਹਾ ਆ, ਠੀਕ ਹੈ।
ਮਤਲਬ ਇਸ ਲਾ 'ਚ ਇਹ ਸਮਝਾਇਆ ਜਾ ਰਿਹਾ ਕਿ ਤੂੰ ਜੋ ਕਰ ਰਿਹਾ ਵਾ ਜਾਂ ਜੇ ਤੂੰ ਅਗਰ ਉੱਥੇ ਜਾ ਰਿਹਾ ਤੇ ਗਲਤ ਕਰ ਰਿਹਾ, ਕਹਿੰਦੇ ਜੇ ਮੈਂ ਤੇਰੀ ਜਗ੍ਹਾ ਹੁੰਦਾ ਤਾਂ ਮੈਂ ਨਹੀਂ ਜਾਂਦਾ, ਇੱਕ ਸਲਾਹ ਹੀ ਹੁੰਦੀ ਆ। ਦੈਨ ਕੰਡੀਸ਼ਨ, ਸ਼ਰਤ ਜਿਹੜੀ ਹੁੰਦੀ ਆ, ਠੀਕ ਹੈ, ਉਹਦੇ ਲਈ ਵੀ ਕੰਡੀਸ਼ਨਲ ਕਲੌਜ਼ ਦੇ ਲਈ, ਇਫ ਹੀ ਗਿਵਸ ਯੂ ਮਨੀ ਯੂ ਸ਼ੁਡ ਥੈਂਕ ਹਿਮ। ਕਹਿੰਦੇ ਜੇ ਤੈਨੂੰ ਉਹ ਪੈਸੇ ਦਿੰਦਾ ਆ ਤਾਂ ਤੈਨੂੰ ਉਹਦਾ ਥੈਂਕ ਯੂ ਕਰਨਾ ਚਾਹੀਦਾ। ਯਾਨੀ ਇੱਕ ਸ਼ਰਤ ਰੱਖੀ ਗਈ ਕਿ ਜੇ ਦਿੱਤੇ ਜਾਣਗੇ ਫਿਰ, ਅਗਰ ਨਹੀਂ ਦਿੰਦਾ ਤਾਂ ਫਿਰ ਥੈਂਕ ਯੂ ਕਰਦਾ, ਠੀਕ ਹੈ। ਉਸੇ ਤਰੀਕੇ ਨਾਲ ਸ਼ੁਡ ਯੂ ਮੀਟ ਹਿਮ, ਟਰਾਈ ਟੂ ਪਰਸੂਡ ਹਿਮ ਨਾਟ ਟੂ ਡੂ ਇਟ। ਨੈਕਸਟ ਸਰਪ੍ਰਾਈਜ਼ ਹੈਗਾ ਵਾ ਜਦੋਂ ਕੋਈ ਆਪਾਂ ਨੂੰ ਹੈਰਾਨੀ ਪ੍ਰਗਟ ਕਰਨੀ ਹੋਵੇ ਉਦੋਂ, ਦੈਟ ਹੀ ਸ਼ੁਡ ਚੀਟ ਯੂ, ਕਿ ਤੈਨੂੰ ਉਹਨੇ ਚੀਟ ਹੀ ਕੀਤਾ ਆ, ਠੀਕ ਹੈ। ਇਸ ਤਰੀਕੇ ਦੇ ਨਾਲ ਕੋਈ ਹੈਰਾਨੀ ਪ੍ਰਗਟ ਕਰਨੀ ਹੋਵੇ ਉਦੋਂ ਵੀ ਸ਼ੁਡ ਲਗਾ ਸਕਦੇ ਆਪਾਂ, ਠੀਕ ਹੈ, ਟੂ ਐਕਸਪ੍ਰੈਸ ਸਰਪ੍ਰਾਈਜ਼। ਨੈਕਸਟ ਇਜ਼ ਦ ਯੂਜ਼ਡ ਆਫ ਦ ਵੁੱਡ। ਵੁੱਡ ਇਜ਼ ਦੀ ਪਾਸਟ ਫੋਰਮ ਆਫ ਦ ਵਿਲ, ਠੀਕ ਹੈ। ਯਾਨੀ ਕਿ ਪਾਸਟ ਟੈਂਸ 'ਚ ਅਗਰ ਯੂਜ਼ ਕਰਨਾ ਵਾ ਤਾਂ ਵਿਲ ਦੀ ਜਗ੍ਹਾ 'ਤੇ ਆਪਾਂ ਵੁੱਡ ਦਾ ਯੂਜ਼ ਕਰ ਸਕਦੇ ਹਾਂ, ਠੀਕ ਹੈ। ਜਿਵੇਂ ਇਹਦੇ ਵਿੱਚ ਡਾਇਰੈਕਟ ਇਨਡਾਇਰੈਕਟ ਸਪੀਚ ਦਾ ਹਿੱਸਾ ਹੁੰਦੇ ਆ, ਠੀਕ ਹੈ। ਅਗਰ ਸਿੱਧੀ ਗੱਲ ਬੋਲੀ ਗਈ ਹੀ ਸੈਡ ਹੀ ਵਿਲ ਗੋ, ਉਹਨੇ ਕਿਹਾ ਕਿ ਉਹ ਜਾਏਗਾ। ਜਿਵੇਂ ਇਨਡਾਇਰੈਕਟ 'ਚ ਬੋਲਣਾ ਆ, ਹੀ ਸੈਡ ਦੈਟ ਹੀ ਵੁੱਡ ਗੋ, ਉਹਨੇ ਕਿਹਾ ਸੀ ਕਿ ਉਹ ਜਾਏਗਾ, ਠੀਕ ਹੈ, ਪਾਸਟ ਦੀ ਗੱਲ ਹੋ ਗਈ। ਨੈਕਸਟ ਹੈਬਿਟ, ਕਿਸੇ ਦੀ ਹੈਬਿਟ ਆ, ਕੋਈ ਆਦਤ ਆ, ਉਹ ਵੀ ਪਾਸਟ ਦੀ ਯਾਨੀ ਬੀਤੇ ਸਮੇਂ ਦੀ। ਹੀ ਵੁੱਡ ਸਿਟ ਫॉर ਆਵਰਸ ਔਨ ਦ ਬੈਂਕ ਆਫ ਦ ਰਿਵਰ, ਯਾਨੀ ਉਹ ਜਿਹੜਾ ਵਾ ਕਈ ਘੰਟਿਆਂ ਤੱਕ ਜਿਹੜਾ ਵਾ ਜਿਹੜੀ ਨਦੀ ਆ ਉਹਦੇ ਬੈਂਕਸ ਯਾਨੀ ਉਹਨਾਂ ਦੇ ਕਿਨਾਰੇ 'ਤੇ ਬੈਠਾ ਰਹਿੰਦਾ ਘੰਟਿਆਂ ਤੱਕ, ਠੀਕ ਹੈ, ਉਹਦੀ ਆਦਤ ਆ ਬੀਤੇ ਸਮੇਂ ਦੀ। ਰਿਕੁਐਸਟ, ਜਦੋਂ ਕਿਸੇ ਨੂੰ ਆਪਾਂ ਪੋਲਾਈਟ ਰਿਕੁਐਸਟ ਕਰਨੀ ਹੋਵੇ ਯਾਨੀ ਨਿਮਰਤਾ ਸਹਿਤ ਬੇਨਤੀ ਕਰਨੀ ਹੋਵੇ, ਦੈਨ ਵੀ ਯੂਜ਼ ਵੁੱਡ। ਵੁੱਡ ਯੂ ਪਾਸ ਮੀ ਦ ਸਾਲਟ ਪਲੀਜ਼, ਕੀ ਤੁਸੀਂ ਮੈਨੂੰ ਸਾਲਟ ਪਾਸ ਕਰੋਗੇ। ਵੁੱਡ ਯੂ ਓਪਨ ਦ ਵਿੰਡੋ, ਕੀ ਤੁਸੀਂ ਵਿੰਡੋ ਓਪਨ ਕਰੋਗੇ। ਦੈਨ ਵਿਸ਼ ਹੁੰਦਾ ਆ ਪ੍ਰੈਫਰੈਂਸ ਕਿਸੇ ਨੂੰ ਦੇਣੀ ਜਾਂ ਕਿਸੇ ਨੂੰ ਬਲੈਸਿੰਗਸ ਦੇਣੀ, ਠੀਕ ਹੈ। ਵੁੱਡ ਦੈਟ ਆਈ ਵਰ ਰਿਚ, ਵਿਸ਼ ਕੀਤਾ ਜਾ ਰਿਹਾ ਕਿ ਇੱਥੇ ਵਿਸ਼ ਦੀ ਗੱਲ ਹੋ ਰਹੀ ਆ ਜਦੋਂ ਆਪਾਂ ਕੋਈ ਚੀਜ਼ ਮੰਨਦੇ ਹਾਂ, ਮਤਲਬ ਇਮੈਜਿਨ ਕਰਦੇ ਹਾਂ, ਠੀਕ ਹੈ। ਇੱਥੇ ਕਿਹਾ ਵਾ ਕਿ ਕਾਸ਼ ਮੈਂ ਰਿਚ ਹੁੰਦਾ, ਠੀਕ ਹੈ। ਅੱਗੇ ਹੈਗੀ ਪ੍ਰੈਫਰੈਂਸ, ਹੀ ਵੁੱਡ ਰੈਦਰ ਡਾਈ ਦੈਨ ਬੈਗ, ਕਿ ਉਹ ਜਿਹੜਾ ਵਾ ਮਰਨਾ ਪਸੰਦ ਕਰੇਗਾ ਮੰਗਣ ਦੇ ਨਾਲੋਂ, ਠੀਕ ਹੈ। ਆਈ ਵਿਸ਼ਡ ਇਟ ਵੁੱਡ ਸਟੋਪ ਰੇਨਿੰਗ, ਕਿ ਮੈਂ ਚਾਹੁੰਦਾ ਵਾਂ ਕਿ ਰੇਨ ਸਟੋਪ ਹੋ ਜਾਏ, ਯਾਨੀ ਵਿਸ਼ ਕੀਤੀ ਜਾ ਰਹੀ ਆ, ਇਮੈਜਿਨ ਕੀਤਾ ਜਾ ਰਿਹਾ, ਮੰਨਿਆ ਜਾ ਰਿਹਾ ਕਾਸ਼ ਇੱਦਾਂ ਹੋ ਜਾਏ। ਨੈਕਸਟ ਇੰਟੈਂਸ਼ਨ ਇਜ਼ ਲਾਈਕ ਇਰਾਦਾ, ਹੀ ਸੈਡ ਦੈਟ ਹੀ ਵੁੱਡ ਹੈਲਪ ਮੀ, ਐਕਸਪ੍ਰੈਸ ਕੀਤੇ ਜਾ ਰਹੇ ਕਿਸੇ ਦਿਲ ਦੇ ਹਾਵ ਭਾਵ ਕਿ ਉਹਨੇ ਕਿਹਾ ਸੀਗਾ ਕਿ ਉਹਦੀ ਹੈਲਪ ਕਰੇਗਾ, ਠੀਕ ਹੈ। ਇਨਪ੍ਰੋਬੇਬਲ ਜਾਂ ਅਨਰੀਅਲ ਕੰਡੀਸ਼ਨ, ਜਿਹੜੀ ਕੰਡੀਸ਼ਨ ਸੱਚ ਨਾ ਹੋਵੇ ਉਹਦੇ ਲਈ ਵੀ ਆਪਾਂ ਜਿਹੜਾ ਵਾ ਵੁੱਡ ਯੂਜ਼ ਕਰਦੇ ਹਾਂ। ਇਫ ਆਈ ਹੈਡ ਵਨ ਅ ਲੋਟਰੀ ਆਈ ਵੁੱਡ ਹੈਵ ਬੋਟ ਅ ਹਾਊਸ, ਜੇ ਮੈਂ ਲੋਟਰੀ ਜਿੱਤ ਜਾਂਦਾ ਅਤੇ ਮੈਂ ਘਰ ਨਵਾਂ ਲੈ ਲੈਣਾ ਸੀ। ਅਨਰੀਅਲ ਕੰਡੀਸ਼ਨ ਯਾਨੀ ਮਤਲਬ ਉਹ ਇਮੈਜਿਨ ਹੀ ਕਰ ਰਿਹਾ, ਸੋਚ ਹੀ ਰਿਹਾ ਆ, ਠੀਕ ਹੈ। ਨੈਕਸਟ ਇਜ਼ ਦ ਯੂਜ਼ ਆਫ ਦ ਮਸਟ। ਮਸਟ ਦਾ ਮਤਲਬ ਜਿਨ੍ਹਾਂ 'ਚ ਪੈਣਾ ਆ ਜੇ ਪੰਜਾਬੀ ਦਾ ਵਰਡ ਕੋਈ, ਜਾਂ ਕੋਈ ਚੀਜ਼ ਬਹੁਤ ਜ਼ਰੂਰੀ ਹੋਵੇ, ਠੀਕ ਹੈ। ਜਿੱਦਾਂ ਮੈਂ ਕਹਾਂ ਕਿ ਤੁਹਾਨੂੰ ਇਹ ਕੰਮ ਕਰਨਾ ਹੀ ਪੈਣਾ ਆ, ਯੂ ਮਸਟ ਡੂ ਦਿਸ ਵਰਕ, ਠੀਕ ਹੈ। ਹੁਣ ਇੱਥੇ ਕੀ ਕਹਿ ਰਹੇ ਆ, ਕਹਿੰਦੇ ਮਸਟ ਜਿਹੜਾ ਹਰ ਇੱਕ ਪਰਸਨ ਦਾ ਯੂਜ਼ ਹੋ ਸਕਦਾ ਵਾ ਅਤੇ ਹਰ ਟੈਂਸਿਸ ਦੇ ਵਿੱਚ ਯੂਜ਼ ਹੋ ਸਕਦਾ, ਪਾਸਟ ਪ੍ਰੈਜੈਂਟ ਹਰ ਇੱਕ ਪਰਸਨ ਦਾ ਯੂਜ਼ ਹੁੰਦਾ ਵਾ ਪਾਸਟ ਅਤੇ ਫਿਊਚਰ ਦੇ ਵਿੱਚ, ਠੀਕ ਹੈ। ਕਹਿੰਦੇ ਨੈਗੇਟਿਵ ਦਾ ਮਸਟ ਨੋਟ ਬਣ ਜਾਂਦਾ ਆ, ਅਤੇ ਜਦੋਂ ਇੰਟੈਰੋਗੇਟਿਵ ਬਣਾਉਣਾ ਹੋਵੇ ਉਦੋਂ ਮਸਟ ਆਈ। ਪਾਸਟ ਵਿੱਚ ਯੂਜ਼ ਨਹੀਂ ਹੁੰਦਾ, ਪ੍ਰੈਜੈਂਟ ਅਤੇ ਫਿਊਚਰ ਦੇ ਵਿੱਚ ਹੁੰਦਾ, ਠੀਕ ਹੈ। ਕਹਿੰਦੇ ਫਸਟ ਫੋਰਮ ਵਰਬ ਦੀ ਜਿਹੜੀ ਆ ਇਸ ਤੋਂ ਬਾਅਦ ਹਮੇਸ਼ਾ ਲੱਗਦੀ, ਯਾਨੀ ਜਿੱਦਾਂ ਤੁਸੀਂ ਮਸਟ ਲਗਾਇਆ ਨਾ ਉੱਥੇ ਜਿੱਦਾਂ ਪਲੇ ਆ ਅਤੇ ਪਲੇ ਹੀ ਆਉਣਾ, ਪਲੇਡ ਨਹੀਂ ਆ ਜਾਣਾ ਉਹਦਾ, ਠੀਕ ਹੈ। ਕਦੋਂ ਲੱਗਦਾ ਆ, ਕੰਪਲਸ਼ਨ, ਜਦੋਂ ਕੋਈ ਚੀਜ਼ ਬਹੁਤ ਜ਼ਰੂਰੀ ਹੋਵੇ ਉਦੋਂ, ਠੀਕ ਹੈ। ਹੀ ਮਸਟ ਗੋ ਨਾਓ, ਉਹਨੂੰ ਹੁਣ ਜਾਣਾ ਪੈਣਾ ਆ, ਜ਼ਰੂਰੀ ਆ, ਠੀਕ ਹੈ। ਓਬਲੀਗੇਸ਼ਨ ਇਜ਼ ਆਲਸੋ ਡਿਊਟੀ, ਠੀਕ ਹੈ। ਕੋਈ ਡਿਊਟੀ ਜਾਂ ਕੋਈ ਚੀਜ਼ ਬਹੁਤ ਜ਼ਰੂਰੀ ਹੋਵੇ ਉਦੋਂ ਵੀ। ਵੀ ਮਸਟ ਅਬੇ ਦ ਲਾਜ਼ ਆਫ ਦ ਕੰਟਰੀ, ਸਾਨੂੰ ਜਿਹੜੇ ਸਾਡੇ ਦੇਸ਼ ਦੇ ਕਾਨੂੰਨ ਨੂੰ ਫੋਲੋ ਕਰਨਾ ਪੈਣਾ ਵਾ ਜਾਂ ਚਾਹੀਦਾ ਹੀ ਆ, ਠੀਕ ਹੈ, ਸਾਡੀ ਡਿਊਟੀ ਆ, ਫਰਜ਼ ਆ। ਸ਼ੀ ਮਸਟ ਟੇਕ ਕੇਅਰ ਆਫ ਦ ਚਾਈਲਡ, ਉਹਨੂੰ ਬੱਚੇ ਦੀ ਸੰਭਾਲ ਕਰਨੀ ਚਾਹੀਦੀ ਹੈ ਜਾਂ ਪੈਣੀ ਆ ਜਾਂ ਜ਼ਰੂਰੀ ਆ, ਠੀਕ ਹੈ। ਸਰਟੇਨਿਟੀ ਦਾ ਮਤਲਬ ਹੁੰਦਾ ਵਾ
ਜਿਹੜਾ ਪਤਾ ਹੋਵੇ, ਜਿਹਦਾ ਜਿਸ ਚੀਜ਼ ਦਾ ਸਾਨੂੰ ਪਤਾ ਹੁੰਦਾ ਆ ਉਹਨੂੰ ਕਹਿੰਦੇ ਸਰਟਨ। ਅਨਸਰਟਨਿਟੀ ਦਾ ਮਤਲਬ ਹੁੰਦਾ ਜਿਹਦਾ ਪਤਾ ਨਹੀਂ ਹੁੰਦਾ। ਹੁਣ ਜਿਸ ਚੀਜ਼ ਦਾ ਪਤਾ ਹੁੰਦਾ ਨਾ ਉਹਦੇ ਲਈ ਐਕਸਪ੍ਰੈਸ ਕੀਤਾ ਜਾ, ਉਹਨੂੰ ਐਕਸਪ੍ਰੈਸ ਕਰਨ ਲਈ ਮਸਟ ਯੂਜ਼ ਹੁੰਦਾ ਮੈਨ ਮਸਟ ਡਾਈ, ਕਿ ਇਨਸਾਨ ਜਿਹੜਾ ਵਾ ਮਰਦਾ ਹੀ ਮਰਦਾ ਵਾ, ਉਹ ਤਾਂ ਸਾਨੂੰ ਪਤਾ ਹੀ ਆ। ਠੀਕ ਹੈ, ਐਵਰੀ ਮਨ ਮਸਟ ਗਰੋ ਓਲਡ, ਕਿਸੇ ਨਾ ਕਿਸੇ ਦਿਨ ਹਰ ਇਨਸਾਨ ਨੇ ਜਿਹੜਾ ਬਜ਼ੁਰਗ ਹੋ ਜਾਣਾ ਆ। ਇਨਫਰੈਂਸ ਜਦੋਂ ਆਪਾਂ ਕੋਈ ਚੀਜ਼ ਜਿਹੜੀ ਆ ਇਮੈਜਿਨ ਕਰਦੇ ਹਾਂ, ਮੰਨ ਕੇ ਚੱਲਦੇ ਹਾਂ, ਠੀਕ ਹੈ, ਉਹਦੇ ਵਿੱਚ ਹੀ ਮਸਟ ਬੀ 40 ਨਾਓ, ਮਤਲਬ ਪੂਰਾ ਸਾਨੂੰ ਨਹੀਂ ਪਤਾ ਹੈਗਾ ਬਟ ਆਪਾਂ ਇਮੈਜਿਨ ਕਰ ਰਹੇ ਹਾਂ ਕਿ ਹੁਣ ਸ਼ਾਇਦ ਉਹ 40 ਦਾ ਯਾਨੀ 40 ਸਾਲਾਂ ਦਾ ਹੋ ਗਿਆ ਹੋਣਾ ਆ। ਠੀਕ ਹੈ, ਐਡਵਾਈਸ ਜਦੋਂ ਸਲਾਹ ਦੇਣੀ ਹੋਵੇ, ਯੂ ਮਸਟ ਸੀ ਅ ਡਾਕਟਰ, ਤੈਨੂੰ ਡਾਕਟਰ ਨੂੰ ਦਿਖਾਉਣਾ ਪੈਣਾ ਆ। ਸ਼ੀ ਮਸਟ ਅਟੈਂਡ ਦਾ ਕਲਾਸ ਰੈਗੂਲਰਲੀ, ਉਹਨੂੰ ਰੈਗੂਲਰ ਕਲਾਸ ਅਟੈਂਡ ਕਰਨੀ ਪੈਣੀ ਆ। ਠੀਕ ਹੈ, ਨੈਕਸਟ ਨੀਡ ਇਜ਼ ਦਾ ਸੇਮ ਲਾਈਕ ਜ਼ਰੂਰਤ। ਠੀਕ ਹੈ, ਇਹਦੇ ਵਿੱਚ ਕਹਿੰਦੇ ਕਿ ਜਿਹੜੀ ਫੋਰਮ ਨੀਡ ਦੀ ਕਹਿੰਦੇ ਸਾਰੇ ਪਰਸਨ ਨਾਲ ਯੂਜ਼ ਹੁੰਦੀ ਹੈ ਪ੍ਰੈਜੈਂਟ ਅਤੇ ਫਿਊਚਰ ਦੇ ਵਿੱਚ। ਠੀਕ ਹੈ, ਜ਼ਿਆਦਾਤਰ ਇੰਟਰੋਗੇਟਿਵ ਅਤੇ ਨੈਗੇਟਿਵ ਸੈਂਟੈਂਸਾਂ ਦੇ ਵਿੱਚ ਨੀਡੰਟ ਦਾ ਯੂਜ਼ ਹੁੰਦਾ ਆ। ਐਬਸੈਂਸ ਆਫ ਐਬਲੀਗੇਸ਼ਨ, ਜਿੱਥੇ ਜ਼ਰੂਰਤ ਨਾ ਹੋਵੇ ਉੱਥੇ ਨੀਡ ਨੋਟ ਹੁੰਦਾ ਆ। ਐਬਸੈਂਸ ਆਫ ਆਬਲੀਗੇਸ਼ਨ ਜ਼ਰੂਰਤ, ਐਬਸੈਂਸ ਮੀਨਸ ਜਿਹੜੀ ਚੀਜ਼ ਗੈਰ ਹਾਜ਼ਰ ਹੋਵੇ, ਜਿਹੜੀ ਚੀਜ਼ ਨਾ ਹੀ ਉਹ ਹੋਵੇ ਚੀਜ਼। ਜਿੱਥੇ ਕਹਿੰਦੇ ਜ਼ਰੂਰਤ ਨਹੀਂ ਆ ਉੱਥੇ ਨੀਡ ਨੋਟ ਵਰਡ ਜਿਹੜਾ ਯੂਜ਼ ਹੁੰਦਾ ਆ। ਯੂ ਨੀਡਨਟ ਗੋ ਦੇਅਰ, ਤੈਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਆ। ਠੀਕ ਹੈ, ਜ਼ਿਆਦਾਤਰ ਇਹ ਯੂਜ਼ ਹੁੰਦਾ ਨੈਗੇਟਿਵ ਐਂਡ ਇੰਟਰੋਗੇਟਿਵ ਦੇ ਵਿੱਚ। ਠੀਕ ਹੈ, ਅੱਗੇ ਚਾਰਟ ਬਣਿਆ ਆ, ਕਹਿੰਦੇ ਤੁਸੀਂ ਇਹਨੂੰ ਦੋ ਤਰੀਕੇ ਨਾਲ ਲਿਖ ਸਕਦੇ ਹੋ, ਨੀਡ ਨੋਟ ਵੀ ਲਿਖ ਸਕਦੇ ਹੋ, ਅਤੇ ਜਿੱਦਾਂ ਪਾਸਟ ਪ੍ਰੈਜੈਂਟ ਯੂਜ਼ ਹੁੰਦਾ ਵਾ ਡੂ ਡਜ਼ ਅਤੇ ਨੋਟ ਲਗਾ ਕੇ ਨਾਲ ਨੀਡ ਲਗਾ ਦੇਣਾ। ਉਸੇ ਤਰ੍ਹਾਂ ਫਿਊਚਰ ਦੇ ਵਿੱਚ ਹੁੰਦਾ ਆ, ਵਿਲ ਲਗਾਉਣੇ ਤੇ ਦਾ ਵਾਂਟ ਬਣ ਜਾਂਦਾ। ਠੀਕ ਹੈ, ਇਸ ਤਰੀਕੇ ਨਾਲ, ਬਟ ਇਟ ਇਜ਼ ਬੈਟਰ ਕਿ ਤੁਸੀਂ ਨੀਡ ਨੋਟ ਹੀ ਲਗਾਓ, ਦੋਵਾਂ ਦੇ ਵਿੱਚ ਕਨਫਿਊਜ਼ ਹੋਣ ਨਾਲੋਂ ਬੈਟਰ ਆ। ਠੀਕ ਹੈ, ਨੈਕਸਟ ਉਹ ਕਹਿ ਰਹੇ ਆ ਇਹਦੇ ਵਿੱਚ ਉਹਨਾਂ ਦਾ ਯੂਜ਼ ਹੀ ਦੱਸਿਆ ਹੋਇਆ ਆ। ਠੀਕ ਹੈ, ਇਹ ਤੁਸੀਂ ਪੜ੍ਹ ਲੈਣਾ। ਅੱਗੇ ਨੀਡ ਨੋਟ ਨੂੰ ਕਹਿੰਦੇ ਕਿਵੇਂ ਯੂਜ਼ ਕਰਦਾ, ਨੀਡਨਟ ਹੈਵ ਇਜ਼ ਯੂਜ਼ ਟੂ ਐਕਸਪ੍ਰੈਸ ਅਨਨੈਸੈਸਰੀ ਐਕਸ਼ਨ ਵਿਚ ਵਾਸ ਪਰਫੋਰਮਡ, ਕਹਿੰਦੇ ਜਿਹੜੇ ਐਕਸ਼ਨ ਦੀ ਜ਼ਰੂਰਤ ਨਾ ਹੋਵੇ, ਕਹਿੰਦੇ ਉਹ ਪਰਫੋਰਮ ਕੀਤਾ ਗਿਆ ਹੋਵੇ ਤਾਂ ਉੱਥੇ ਨੀਡਨਟ ਹੈਵ ਆ ਜਾਣਾ। ਯੂ ਨੀਡਨਟ ਹੈਵ ਕੈਰੀਡ ਐਨ ਅੰਬਰੇਲਾ, ਇਟ ਵਾਸ ਨਾਟ ਰੇਨਿੰਗ, ਮੀਂਹ ਤਾਂ ਪੈ ਨਹੀਂ ਰਿਹਾ, ਕਹਿੰਦੇ ਤੁਹਾਨੂੰ ਅੰਬਰੇਲਾ ਲੈ ਕੇ ਜਾਣ ਦੀ ਜ਼ਰੂਰਤ ਹੀ ਨਹੀਂ ਆ। ਠੀਕ ਹੈ, ਨੈਕਸਟ ਆਊਟ ਟੂ ਇਜ਼ ਸਿਮਿਲਰ ਟੂ ਸ਼ੁੱਡ, ਮੀਨਸ ਚਾਹੀਦਾ। ਠੀਕ ਹੈ, ਕਹਿੰਦੇ ਇਹ ਸਾਰੇ ਪਰਸਨਸ ਦੇ ਨਾਲ ਯੂਜ਼ ਹੋ ਜਾਂਦਾ, ਸਾਰੇ ਟੈਂਸਿਸ 'ਚ ਯੂਜ਼ ਹੋ ਜਾਂਦਾ। ਠੀਕ ਹੈ, ਇਹਦਾ ਨੈਗੇਟਿਵ ਬਣਾਉਣਾ ਹੋਵੇ ਤਾਂ ਆਊਟ ਨੋਟ ਟੂ ਆ ਜਾਂਦਾ, ਇੰਟਰੋਗੇਟਿਵ ਬਣਾਉਣਾ ਆਊਟ ਆਈ ਟੂ ਬਣ ਜਾਂਦਾ। ਠੀਕ ਹੈ, ਜਦੋਂ ਕੋਈ ਡਿਊਟੀ ਮੋਰਲ ਡਿਊਟੀ ਫਰਜ਼ ਅਦਾ ਕਰਨਾ ਹੋਵੇ ਉਦੋਂ ਆਊਟ ਟੂ ਲਗਾਉਣਾ। ਯੂ ਆਊਟ ਟੂ ਓਬੇ ਯੋਰ ਟੀਚਰਸ, ਤੁਹਾਨੂੰ ਤੁਹਾਡੇ ਟੀਚਰਸ ਦਾ ਕਹਿਣਾ ਮੰਨਣਾ ਚਾਹੀਦਾ ਆ ਜਾਂ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ, ਓਬੇ ਕਰਨਾ ਚਾਹੀਦਾ। ਪੋਸੀਬਿਲਿਟੀ, ਕੋਈ ਸੰਭਾਵਨਾ ਹੋਵੇ। ਸੋਨ ਹੈਡ ਵਰਕਡ ਹਾਰਡ ਹੀ ਆਊਟ ਟੂ ਗੈਟ ਗੁੱਡ ਮਾਰਕਸ, ਸੰਭਾਵਨਾ ਕਹਿੰਦੇ ਕਿ ਉਹਨੇ ਮਿਹਨਤ ਕੀਤੀ ਆ ਅਤੇ ਸ਼ਾਇਦ ਉਹਦੇ ਗੁੱਡ ਮਾਰਕਸ ਆ ਜਾਣੇ ਆ, ਆਉਣੇ ਚਾਹੀਦੇ ਆ। ਠੀਕ ਹੈ, ਯੂਜ਼ ਟੂ ਦਾ ਮਤਲਬ ਹੁੰਦਾ ਆ ਆਦਤ। ਠੀਕ ਹੈ, ਪਹਿਲੇ ਨੰਬਰ 'ਤੇ ਸਾਰੇ ਪਰਸਨਸ ਵਿੱਚ ਯੂਜ਼ ਹੋ ਜਾਂਦੇ ਆ। ਨੈਗੇਟਿਵ ਬਣਾਉਣਾ ਹੋਵੇ ਯੂਜ਼ ਨੋਟ ਟੂ ਆ ਜਾਂਦਾ। ਕਹਿੰਦੇ ਜਿਹੜੇ ਇਨਸਾਨ ਦੀ ਆਦਤ ਬਣੀ ਹੋਵੇ ਨਾ ਪਾਸਟ ਈਵੈਂਟ ਦੇ ਵਿੱਚ, ਕਹਿੰਦੇ ਉਹਦੇ ਲਈ ਯੂਜ਼ ਟੂ ਵਰਤਿਆ ਜਾਂਦਾ। ਗੋ ਫੋਰ ਅ ਵਾਕ ਵੈਨ ਹੀ ਵਾਜ਼ ਯੰਗ, ਕਹਿੰਦੇ ਕਿ ਜਦੋਂ ਉਹ ਜਵਾਨ ਸੀਗਾ ਅਤੇ ਉਹ ਜਿਹੜਾ ਵਾਕ ਕਰਨ ਦੇ ਲਈ ਜਾਂਦਾ ਹੁੰਦਾ ਸੀ। ਠੀਕ ਹੈ, ਅੱਗੇ ਉਹ ਐਕਸਪ੍ਰੈਸ ਕਰਦੇ ਆ, ਕਹਿੰਦੇ ਸਮਥਿੰਗ ਦੈਟ ਐਗਜ਼ਿਸਟਿਡ ਔਰ ਹੈਪਨਡ ਇਨ ਦਾ ਪਾਸਟ ਵਿੱਚ ਕੁਝ ਵੀ ਹੋਇਆ ਹੁੰਦਾ ਉੱਥੇ ਵੀ ਯੂਜ਼ ਟੂ ਯੂਜ਼ ਹੁੰਦਾ। ਦੇਅਰ ਯੂਜ਼ ਟੂ ਬੀ ਅ ਕੈਨਾਲ ਨੀਅਰ ਅ ਫਾਰਮ, ਕਹਿੰਦੇ ਸਾਡੇ ਫਾਰਮ ਦੇ ਲਾਗੇ ਇੱਕ ਕੈਨਾਲ ਹੁੰਦੀ ਸੀ, ਨਹਿਰ ਹੁੰਦੀ ਸੀ, ਉੱਥੇ ਯੂਜ਼ ਟੂ ਵਰਤ ਸਕਦੇ ਆ। ਜਿਹੜੀ ਐਗਜ਼ਿਸਟ ਕਰਦੀ ਸੀਗੀ ਪੁਰਾਣੇ ਸਮੇਂ 'ਚ, ਹੁਣ ਨਹੀਂ ਆ। ਹੀ ਯੂਜ਼ ਟੂ ਲਿਵ ਇਨ ਦਿੱਲੀ ਬਿਫੋਰ 1976, ਕਿ ਉਹ ਦਿੱਲੀ 'ਚ ਰਹਿੰਦਾ ਹੁੰਦਾ ਸੀਗੇ ਆਹ ਸਮੇਂ ਤੋਂ ਪਹਿਲਾਂ। ਠੀਕ ਹੈ, ਸੋ ਦਿਸ ਇਜ਼ ਆਲ ਅਬਾਊਟ ਦ ਮੋਡਲਸ। ਆਈ ਹੋਪ ਯੂ ਅੰਡਰਸਟੈਂਡ ਇਟ ਵੈਲ। ਥੈਂਕ ਯੂ।